ਹੈਲੋ ਗਾਇਸ। ਬੱਚੇ ਅੱਜ ਆਪਾਂ ਲਾਸਟ ਸੈਸ਼ਨ ਦੇ ਵਿੱਚ ਜਿਹੜਾ ਕੀਤਾ ਸੀ ਸਟੇਟ ਲੈਜਿਸਲੇਚਰ, ਠੀਕ ਹੈ। ਸਟੇਟ ਲੈਜਿਸਲੇਚਰ ਕੀਤਾ ਸੀ ਔਰ ਈਵਨ ਇਸ ਤੋਂ ਪਹਿਲਾਂ ਆਪਾਂ ਪਾਰਲੀਮੈਂਟ ਵਾਲਾ ਚੈਪਟਰ ਵੀ ਕਰ ਚੁੱਕੇ ਹਾਂ, ਠੀਕ ਹੈ। ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ। ਹੁਣ ਅਸੀਂ ਇਹ ਚੀਜ਼ ਓਬਜ਼ਰਵ ਕਰ ਚੁੱਕੇ ਹਾਂ ਕਿ ਜੋ ਚੀਜ਼ਾਂ ਅਸੀਂ ਪਾਰਲੀਮੈਂਟ ਦੇ ਵਿੱਚ ਪੜ੍ਹੀਆਂ ਨੇ 90% ਚੀਜ਼ਾਂ ਆਪਣੀਆਂ ਸਟੇਟ ਲੈਜਿਸਲੇਚਰ ਦੇ ਵਿੱਚ ਵੀ ਕਾਪੀ ਪੇਸਟ ਹੋ ਰਹੀਆਂ ਸੀਗੀਆਂ, ਠੀਕ ਹੈ। ਸਾਰਾ ਸਿਸਟਮ ਜੋ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਆਪਣੀ ਪਾਰਲੀਮੈਂਟ ਹੈਗੀ ਹੈ, ਪਾਰਲੀਮੈਂਟ ਦੇ ਵਿੱਚ ਆਪਾਂ ਸਰਕਾਰ ਚੁਣਦੇ ਹਾਂ। ਉਸੇ ਤਰ੍ਹਾਂ ਆਪਣੀ ਸਟੇਟ ਲੈਜਿਸਲੇਚਰ ਹੈਗੀ ਹੈ, ਉਹਦੇ ਵਿੱਚੋਂ ਆਪਾਂ ਆਪਣੀ ਸਰਕਾਰ ਚੁਣਦੇ ਹਾਂ, ਅਗੇਨ ਸਟੇਟ ਸਰਕਾਰ ਚੁਣਦੇ ਹਾਂ, ਠੀਕ ਹੈ ਜੀ। ਤਾਂ ਸਿਸਟਮ ਬੇਸਿਕਲੀ ਸੇਮ ਹੈਗਾ ਸਾਰਾ। ਜੋ ਨੋਮਨਕਲੇਚਰ ਹੈ, ਇੱਥੇ ਲੋਕ ਸਭਾ ਸੀਗੀ, ਇੱਥੇ ਸਟੇਟ ਲੈਜਿਸਲੇਟਿਵ ਅਸੈਂਬਲੀ ਹੈਗੀ, ਠੀਕ ਹੈ। ਇੱਥੇ ਆਪਣਾ ਰਾਜੇ ਕੀ ਸੀਗਾ, PM ਵਗੈਰਾ ਚੁਣਦੇ ਸੀ ਆਪਾਂ, ਇੱਥੇ ਆਪਾਂ CM ਚੁਣਦੇ ਹਾਂ, ਠੀਕ ਹੈ। ਤਾਂ ਸਿੰਪਲ ਨੋਮਨਕਲੇਚਰ ਦਾ ਫਰਕ ਪੈ ਰਿਹਾ, ਬਾਕੀ ਸਿਸਟਮ ਸਾਰਾ ਸੇਮ ਹੈਗਾ, ਠੀਕ ਹੈ। ਤਾਂ ਸਿਸਟਮ ਜੋ ਹੈਗਾ ਉਹਨੂੰ ਅਸੀਂ ਕਹਿੰਦੇ ਹਾਂ ਪਾਰਲੀਮੈਂਟਰੀ ਸਿਸਟਮ, ਠੀਕ ਹੈ। ਤਾਂ ਪਾਰਲੀਮੈਂਟਰੀ ਸਿਸਟਮ ਮਤਲਬ ਇੱਦਾਂ ਨਹੀਂ ਹੈਗਾ ਸਿਰਫ ਕੇਂਦਰ ਸਰਕਾਰ ਨਾਲ ਰਿਲੇਟਡ ਹੈ, ਨਹੀਂ। ਆਪਣਾ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ ਇਹ ਸਟੇਟ ਨਾਲ ਵੀ ਰਿਲੇਟਡ ਹੈਗਾ, ਠੀਕ ਹੈ, ਕਿਉਂਕਿ ਸਿਸਟਮ ਤਾਂ ਸੇਮ ਹੀ ਹੈ ਨਾ, ਜੋ ਸਾਰਾ ਪ੍ਰੋਸੀਜਰ ਹੈਗਾ ਉਹ ਸੇਮ ਹੈਗਾ। ਤਾਂ ਆਪਾਂ ਸਾਰੇ ਸਿਸਟਮ ਨੂੰ ਪਾਰਲੀਮੈਂਟਰੀ ਸਿਸਟਮ ਕਹਿ ਦਿੰਦੇ, ਠੀਕ ਹੈ ਜੀ। ਓਬਵੀਅਸਲੀ ਅਸੀਂ ਇਹ ਜਿਹੜਾ ਸਾਰਾ ਸਿਸਟਮ ਹੈ ਬ੍ਰਿਟੇਨ ਤੋਂ ਬੋਰੋ ਕੀਤਾ ਬੱਚੇ, ਇੰਗਲੈਂਡ ਤੋਂ। ਜਿਹੜੇ ਦੇਸ਼ ਨੇ ਸਾਡੇ ਉੱਪਰ ਰਾਜ ਕੀਤਾ ਹੈ ਅਸੀਂ ਉਹਨਾਂ ਦਾ ਹੀ ਸਿਸਟਮ ਬੋਰੋ ਕੀਤਾ। ਓਬਵੀਅਸਲੀ ਗੱਲ ਹੈ ਬੱਚੇ, ਕਿਉਂਕਿ ਕਾਫੀ ਟਾਈਮ ਤੋਂ ਅਸੀਂ ਇਹ ਫੈਮੀਲੀਅਰ ਸੀ ਇਸ ਸਿਸਟਮ ਨਾਲ, ਕਿਉਂਕਿ ਬ੍ਰਿਟੇਨ ਸਾਡੇ 'ਤੇ ਰਾਜ ਕਰ ਰਿਹਾ ਸੀ। ਤਾਂ ਬ੍ਰਿਟੇਨ ਹੀ ਸਾਡੇ ਇਹ ਸਿਸਟਮ ਲੈ ਕੇ ਆਇਆ ਅਤੇ ਅਸੀਂ ਉਹੀ ਸਿਸਟਮ ਅੱਗੇ ਕੰਟੀਨਿਊ ਕਰ ਲਿਆ, ਠੀਕ ਹੈ। ਲੌਜੀਕਲ ਜੀ ਗੱਲ ਸੀ, ਬਣਦੀ ਸੀ, ਇਹੀ ਬਣਦਾ ਸੀਗਾ ਕਰਨਾ, ਠੀਕ ਹੈ ਜੀ। ਚਲੋ ਸਟਾਰਟ ਕਰਦੇ ਹਾਂ ਬੱਚੇ ਆਪਣਾ ਪਾਰਲੀਮੈਂਟ ਸਿਸਟਮ। ਤਾਂ ਅਸੀਂ ਪਹਿਲਾਂ ਵੀ ਰਾਜੇ ਟਾਈਮ ਟੂ ਟਾਈਮ ਹੀ ਚੀਜ਼ ਡਿਸਕਸ ਕਰਦੇ ਆਏ ਹਾਂ ਕਿ ਆਰਟੀਕਲ 74 ਅਤੇ 75 ਥੀਸ ਟੂ ਆਰਟੀਕਲਸ ਆਰ ਦਾ ਬੈਡਰੌਕ ਆਫ ਪਾਰਲੀਮੈਂਟਰੀ ਡੈਮੋਕ੍ਰੇਸੀ ਇਨ ਇੰਡੀਆ, ਠੀਕ ਹੈ। ਆਪਣੇ ਦੇਸ਼ ਦੇ ਵਿੱਚ ਪਾਰਲੀਮੈਂਟ ਹੈਗੀ ਹੈ, ਪਾਰਲੀਮੈਂਟ ਦੇ ਵਿੱਚ ਆਪਾਂ ਗਵਰਨਮੈਂਟ ਚੁਣਦੇ ਹਾਂ। ਇਹ ਸਾਰਾ ਸਿਸਟਮ ਆਪਣਾ ਆਰਟੀਕਲ 74 ਅਤੇ ਆਰਟੀਕਲ 75 ਦੇ ਵਿੱਚ ਹੈ, ਠੀਕ ਹੈ। ਤਾਂ ਇਹ ਤਾਂ ਹੈਗਾ ਜੀ ਸੈਂਟਰ ਦੀ ਗੱਲ। ਅਗਰ ਸਿਮਿਲਰ ਪ੍ਰੋਵੀਜ਼ਨ ਆਪਾਂ ਸਟੇਟ ਦੇ ਵਿੱਚ ਦੇਖੀਏ ਤਾਂ ਆਪਾਂ ਕੀ ਕਰਦੇ ਹੁੰਦੇ ਬੱਚੇ, +89 ਕਰਦੇ ਹੁੰਦੇ, ਠੀਕ ਹੈ। ਜਾਂ ਫਿਰ 74 ਅਗਰ ਲਿਖਿਆ ਤਾਂ -1 ਕੀਤਾ 3, ਇੱਥੋਂ -1 ਕੀਤਾ 6, ਨਾਲ ਹੀ ਐਡ ਕਰਤਾ, ਠੀਕ ਹੈ। ਤਾਂ ਇਹ ਆਪਣਾ 163 ਬਣ ਗਿਆ। ਜੇ 75 ਦੀ ਆਪਾਂ ਗੱਲ ਕਰੀਏ, -1 ਕੀਤਾ 4, -1 ਕੀਤਾ 6, ਇੱਕ ਐਡ ਕਰਤਾ 164, ਠੀਕ ਹੈ। ਤਾਂ 74 75 ਦੇ ਵਿੱਚ ਜੋ ਚੀਜ਼ ਹੈਗੀ ਹੈ ਸਿਮਿਲਰ ਚੀਜ਼ ਬੱਚੇ 163 ਅਤੇ 164 ਦੇ ਵਿੱਚ ਹੈ, ਪ੍ਰੋਵਾਈਡਡ ਕਿ ਉਹ ਸਟੇਟ ਦੇ ਵਿੱਚ ਗੱਲ ਹੈਗੀ, ਠੀਕ ਹੈ ਜੀ। ਇਹ ਚੀਜ਼ ਹੈਗੀ। ਤਾਂ ਮੈਂ ਐਗਜ਼ਾਮਪਲ ਦੱਸ ਦਿੰਦਾ ਬੱਚੇ, ਆਰਟੀਕਲ 74 ਦੇ ਵਿੱਚ ਕੀ ਹੈਗਾ ਕਿ ਕਾਊਂਸਲ ਆਫ ਮਿਨਿਸਟਰਸ ਏਡ ਐਂਡ ਐਡਵਾਈਸ ਦਾ ਪ੍ਰੈਜ਼ੀਡੈਂਟ। ਇਹ ਚੀਜ਼ ਆਪਣੀ ਆਰਟੀਕਲ 74 ਦੇ ਵਿੱਚ ਹੈ। 75 ਵਿੱਚ ਕੀ ਹੈ ਜੀ ਕਿ ਕਾਊਂਸਲ ਆਫ ਮਿਨਿਸਟਰਸ ਆਰ ਕਲੈਕਟਿਵਲੀ ਰਿਸਪੋਂਸੀਬਲ ਟੂ ਲੋਕ ਸਭਾ, ਠੀਕ ਹੈ। ਇਹ ਦੋ ਮੇਨ ਪ੍ਰੋਵੀਜ਼ਨ ਨੇ ਆਪਣੇ ਆਰਟੀਕਲ 74 ਅਤੇ 75 ਦੇ ਵਿੱਚ। ਸਿਮਿਲਰ ਚੀਜ਼ ਆਪਣੇ ਕੋਲ 163 ਅਤੇ 164 ਦੇ ਵਿੱਚ ਹੈ। ਬਸ ਫਰਕ ਕੀ ਹੋ ਜਾਊਗਾ, ਇੱਥੇ ਪ੍ਰੈਜ਼ੀਡੈਂਟ ਜਗ੍ਹਾ ਬੱਚੇ ਆ ਜਾਊ ਗਵਰਨਰ ਆ ਜਾਊਗਾ, ਔਰ ਲੋਕ ਸਭਾ ਜਗ੍ਹਾ ਆ ਜਾਊਗਾ ਸਟੇਟ ਲੈਜਿਸਲੇਟਿਵ ਅਸੈਂਬਲੀ, ਠੀਕ ਹੈ। ਬਾਕੀ ਸਭ ਕੁਛ ਰਾਜ ਸੇਮ ਹੈਗਾ, ਠੀਕ ਹੈ। ਔਰ ਇਹੀ ਪਰਪਸ ਸੀਗਾ ਪਾਰਲੀਮੈਂਟ ਦੇ ਚੈਪਟਰ ਤੋਂ ਬਾਅਦ ਐਗਜ਼ੈਕਟਲੀ ਸਟੇਟ ਲੈਜਿਸਲੇਚਰ ਵਾਲਾ ਚੈਪਟਰ ਪੜ੍ਹਨ ਦਾ ਇਹੀ ਪਰਪਸ ਸੀ, ਬਿਕਾਜ਼ ਇਹਨਾਂ ਦੇ ਪ੍ਰੋਵੀਜ਼ਨ ਬਿਲਕੁਲ ਹੀ ਸੇਮ ਸੀਗੀਆਂ, ਸਿਮਿਲਰ ਸੀਗੀਆਂ, ਠੀਕ ਹੈ ਜੀ। ਚਲੋ ਅੱਗੇ ਕੰਟੀਨਿਊ ਕਰਦੇ ਬੱਚੇ। ਦੁਨੀਆ ਦੇ ਵਿੱਚ ਜੋ ਵੀ ਸਿਸਟਮਸ ਹੈਗੇ ਨੇ, ਜੋ ਡੈਮੋਕ੍ਰੇਸੀ ਸਿਸਟਮ ਹੈਗੇ ਨੇ, ਤਾਂ ਉਹਨਾਂ ਦੋ ਡੈਮੋਕ੍ਰੇਟਿਕ ਸਿਸਟਮਸ ਨੂੰ ਆਪਾਂ ਗਵਰਨਮੈਂਟਸ ਨੂੰ ਦੋ ਟਾਈਪਸ ਦੇ ਵਿੱਚ ਡਿਵਾਈਡ ਕਰ ਸਕਦੇ, ਠੀਕ ਹੈ। ਦੋ ਤਰ੍ਹਾਂ ਦੇ ਹੋ ਸਕਦੇ ਨੇ। ਇੱਕ ਤਾਂ ਜਿਹੜਾ ਪਾਰਲੀਮੈਂਟ ਸਿਸਟਮ ਹੈ ਜੋ ਕਿ ਆਪਣੇ ਦੇਸ਼ ਦੇ ਵਿੱਚ ਵੀ ਹੈਗਾ, ਇੰਡੀਆ ਦੇ ਵਿੱਚ, ਜਾਂ ਫਿਰ ਬ੍ਰਿਟੇਨ ਦੇ ਵਿੱਚ ਹੈਗਾ, ਜਾਪਾਨ ਦੇ ਵਿੱਚ ਹੈਗਾ, ਕੈਨੇਡਾ ਦੇ ਵਿੱਚ ਹੈਗਾ, ਠੀਕ ਹੈ। ਇਹ ਸਾਰੇ ਪਾਰਲੀਮੈਂਟ ਸਿਸਟਮ ਨੇਗੇ। ਜਾਂ ਫਿਰ ਦੂਜੀ ਤਰ੍ਹਾਂ ਦਾ ਡੈਮੋਕ੍ਰੇਟਿਕ ਗਵਰਨਮੈਂਟ ਹੋ ਸਕਦੀ ਹੈ ਆਪਣੀ ਪ੍ਰੈਜ਼ੀਡੈਂਸ਼ੀਅਲ ਸਿਸਟਮ, ਠੀਕ ਹੈ। ਜਿਵੇਂ ਕਿ ਅਮਰੀਕਾ ਦੇ ਵਿੱਚ ਹੈਗਾ, ਠੀਕ ਹੈ। ਤਾਂ ਅਮਰੀਕਾ ਦੇ ਵਿੱਚ ਆਪਾਂ ਨੂੰ ਪਤਾ ਹੈ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ, ਠੀਕ ਹੈ। ਉਹਦਾ ਰੀਜ਼ਨ ਕੀ ਹੈ ਬੱਚੇ, ਕਿ ਆਪਾਂ ਨੂੰ ਪਤਾ ਕਿਵੇਂ ਲੱਗਦਾ ਹੈ, ਤਾਂ ਜੇ ਅਗਰ ਆਪਾਂ ਦੇਖੀਏ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਜੋ ਬਾਈਡਨ, ਠੀਕ ਹੈ, ਸਾਰੀਆਂ ਮੇਜਰ ਪਾਵਰ ਉਹਨਾਂ ਕੋਲ ਹੀ ਨੇਗੀਆਂ। ਅਗਰ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਜਿਹੜੇ ਰਾਮਨਾਥ ਕੋਵਿੰਦ ਨੇ ਪ੍ਰੈਜ਼ੀਡੈਂਟ ਨੇ, ਕੀ ਉਹਨਾਂ ਕੋਲ ਕੋਈ ਪਾਵਰ ਹੈਗੀ ਹੈ? ਨਹੀਂ ਹੈਗੀ, ਠੀਕ ਹੈ। ਨਾ ਹੀ ਪਬਲਿਕ ਫਿਗਰ ਆਪਾਂ ਜ਼ਿਆਦਾ ਦੇਖਦੇ ਹਾਂ, ਠੀਕ ਹੈ। ਤਾਂ ਆਪਣੀ ਪਬਲਿਕ ਫਿਗਰ ਕੌਣ ਹੈ ਜੀ, ਆਪਣੀ ਹੈਗੀ PM। ਤਾਂ ਆਪਣੇ ਦੇਸ਼ ਦੇ ਵਿੱਚ PM ਕੋਲ ਜ਼ਿਆਦਾ ਪਾਵਰਸ ਨਹੀਂ ਗੀਆਂ। ਤਾਂ ਆਪਣਾ ਸਿਸਟਮ ਇਹ ਪਾਰਲੀਮੈਂਟਰੀ ਸਿਸਟਮ ਹੈਗਾ, ਨਾ ਕਿ ਪ੍ਰੈਜ਼ੀਡੈਂਸ਼ੀਅਲ ਹੈਗਾ। ਜੇ ਕੋਈ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਦੈਟ ਮੀਨਸ ਉਹਨਾਂ ਦੇ ਪ੍ਰੈਜ਼ੀਡੈਂਟ ਕੋਲ ਬਹੁਤ ਸਾਰੀਆਂ ਪਾਵਰਸ ਨਹੀਂ ਗੀਆਂ, ਠੀਕ ਹੈ। ਤਾਂ ਇਹੀ ਸਿਸਟਮ ਬੱਚੇ ਬ੍ਰਾਜ਼ੀਲ ਦੇ ਵਿੱਚ ਹੈ, ਰਸ਼ੀਆ ਦੇ ਵਿੱਚ ਹੈ ਐਂਡ ਸ਼੍ਰੀਲੰਕਾ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ। ਨੈਕਸਟ ਚੱਲਦੇ ਬੱਚੇ। ਹੁਣ ਕੁਝ ਫੀਚਰਸ ਦੇਖ ਲੈਂਦੇ ਹਾਂ ਕਿ ਇਸ ਪਾਰਲੀਮੈਂਟਰੀ ਸਿਸਟਮ ਦੇ ਕੀ ਫੀਚਰਸ ਨੇਗੇ, ਕੀ ਕੁਝ ਖਾਸ ਕਰੈਕਟਰਿਸਟਿਕਸ ਨੇਗੀਆਂ, ਠੀਕ ਹੈ, ਉਹ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਬੱਚੇ ਡਿਊਲ ਐਗਜ਼ੀਕਿਊਟਿਵ ਦਾ ਕੰਮ ਹੈਗਾ। ਦੇਖੋ ਜਦੋਂ ਵੀ ਪਾਰਲੀਮੈਂਟਰੀ ਦੀ ਆਪਾਂ ਗੱਲ ਕਰ ਰਹੇ ਹਾਂ ਦੈਟ ਮੀਨਸ ਆਪਣੇ ਦਿਮਾਗ ਦੇ ਵਿੱਚ ਇੰਡੀਆ ਹੋਣਾ ਚਾਹੀਦਾ, ਠੀਕ ਹੈ, ਕਿਉਂਕਿ ਆਪਾਂ ਆਪਣੇ ਦੇਸ਼ ਦੇ ਸਿਸਟਮ ਨਾਲ ਫੈਮੀਲੀਅਰ ਹਾਂ ਥੋੜ੍ਹੇ ਬਹੁਤ, ਤਾਂ ਸਮਝਣਾ ਸੌਖਾ ਹੋ ਜਾਏਗਾ, ਠੀਕ ਹੈ। ਨੈਕਸਟ ਦੇ ਵਿੱਚ ਆਪਾਂ ਕਰਾਂਗੇ ਪ੍ਰੈਜ਼ੀਡੈਂਸ਼ੀਅਲ ਸਿਸਟਮ। ਇਹਦੇ ਵਿੱਚ ਆਪਾਂ ਧਿਆਨ ਦੇ ਵਿੱਚ ਰੱਖਾਂਗੇ ਅਮਰੀਕਾ, ਠੀਕ ਹੈ। ਤਾਂ ਅਮਰੀਕਾ ਅਤੇ ਇੰਡੀਆ ਨੂੰ ਆਪਾਂ ਦੋਨਾਂ ਨੂੰ ਕੰਪੇਅਰ ਕਰਕੇ ਚੱਲਾਂਗੇ, ਫਿਰ ਹੀ ਆਪਾਂ ਨੂੰ ਸਮਝ ਆਏਗਾ, ਠੀਕ ਹੈ। ਤਾਂ ਆਪਾਂ ਗੱਲ ਕਰਦੇ ਪਹਿਲਾਂ ਆਪਣੇ ਇੰਡੀਅਨ ਸਿਸਟਮ ਦੀ, ਪਾਰਲੀਮੈਂਟਰੀ ਸਿਸਟਮ ਦੀ। ਤਾਂ ਡਿਊਲ ਐਗਜ਼ੀਕਿਊਟਿਵ ਹੁੰਦਾ ਬੱਚੇ, ਜਿਹਦਾ ਮਤਲਬ ਕੀ ਹੈ ਆਪਣੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਵੀ ਹੈਗੇ ਨੇ ਐਂਡ ਪ੍ਰਾਈਮ ਮਿਨਿਸਟਰ ਵੀ ਹੈਗੇ ਨੇ, ਠੀਕ ਹੈ। ਬਟ ਆਪਾਂ ਨੂੰ ਪਤਾ ਹੈ ਜਿਹੜੇ ਪ੍ਰੈਜ਼ੀਡੈਂਟ ਨੇ ਬੱਚੇ ਉਹ ਕੌਣ ਨੇ, ਉਹ ਸਿਰਫ ਇੱਕ ਨੋਮੀਨਲ ਐਗਜ਼ੀਕਿਊਟਿਵ ਨੇ, ਸਿਰਫ ਨਾਮ ਦੇ ਨੇਗੇ, ਠੀਕ ਹੈ। ਔਰ ਜੋ ਰੀਅਲ ਐਗਜ਼ੀਕਿਊਟਿਵ ਨੇ ਬੱਚੇ ਉਹ ਆਪਣੇ ਪ੍ਰਧਾਨ ਮੰਤਰੀ ਨੇਗੇ, ਇਹ ਹੈਗੇ ਨੇ ਰੀਅਲ ਐਗਜ਼ੀਕਿਊਟਿਵ। ਆਪਣੇ ਵਰਡ ਕੀਤੇ ਸੀ ਬੱਚੇ
ਡੀ ਫੈਕਟੋ ਐਂਡ ਡੀ ਜੂਰੇ, ਠੀਕ ਹੈ, ਡੀ ਜੂਰੇ, ਇਹ ਦੋਨੇ ਟਰਮਸ ਆਪਣੇ ਕੀਤੀਆਂ ਸੀਗੀਆਂ, ਡੀ ਜੂਰੇ। ਤਾਂ ਇਸੇ ਕਰਕੇ ਕਿਉਂਕਿ ਰਾਸ਼ਟਰਪਤੀ ਵੀ ਹੈਗੇ ਨੇ ਔਰ ਪ੍ਰਧਾਨ ਮੰਤਰੀ ਵੀ ਹੈਗੇ ਨੇ, ਦੈਟ ਇਜ਼ ਵਾਈ ਆਵਰ ਸਿਸਟਮ ਇਜ਼ ਕੋਲਡ ਡਿਊਲ ਐਗਜ਼ੀਕਿਊਟਿਵ, ਠੀਕ ਹੈ, ਨੋਮੀਨਲ ਵੀ ਹੈਗੇ ਨੇ ਐਂਡ ਰੀਅਲ ਐਗਜ਼ੀਕਿਊਟਿਵ ਵੀ ਹੈਗੇ ਨੇ। ਦੂਜਾ ਬੱਚੇ ਮੈਜੋਰਿਟੀ ਪਾਰਟੀ ਰੂਲ। ਹੁਣ ਰਾਜੇ ਸਾਰਾ ਕੁਝ ਸੇਮ ਹੈ ਜੋ ਆਪਾਂ ਪੜ੍ਹ ਚੁੱਕੇ ਹਾਂ ਆਲਰੇਡੀ, ਜਸਟ ਇੱਥੇ ਇੱਕ ਲਿਸਟ ਬਣੀ ਹੋਈ ਹੈ ਕਿਉਂਕਿ ਆਪਾਂ ਹੁਣ ਤੱਕ 10 ਲੈਕਚਰ 11 ਲੈਕਚਰ ਲੈ ਚੁੱਕੇ ਹਾਂ, ਸਾਰੇ ਵਿੱਚ ਆਪਣੇ ਪਾਰਲੀਮੈਂਟ ਦੀ ਡਿਸਕਸ ਕੀਤੀ ਹੈ ਆਪਾਂ ਨੇ, ਠੀਕ ਹੈ, ਕਾਫੀ ਇਹ ਜਿਹੀ ਕੁਛ ਡਿਸਕਸ ਕੀਤਾ ਹੈ, ਤਾਂ ਆਪਾਂ ਕਾਫੀ ਫੈਮੀਲੀਅਰ ਹੋ ਚੁੱਕੇ ਹੁਣ ਤੱਕ। ਇਹ ਜਸਟ ਇੱਕ ਸਮਰੀ ਟਾਈਪ ਆਫ ਚੀਜ਼ ਹੈਗੀ, ਠੀਕ ਹੈ। ਮੈਜੋਰਿਟੀ ਪਾਰਟੀ ਆਫ ਰੂਲ ਦਾ ਮਤਲਬ ਕੀ ਹੋਇਆ ਕਿ ਕਿਸੇ ਵੀ ਹਾਊਸ ਦੇ ਵਿੱਚ, ਜੇ ਆਪਾਂ ਲੋਕ ਸਭਾ ਦੀ ਗੱਲ ਕਰਦੇ ਹਾਂ, ਤਾਂ ਅਗਰ ਇਸ ਹਾਊਸ ਦੇ ਵਿੱਚ ਜਿਹੜੀ ਵੀ ਪਾਰਟੀ ਕੋਲੇ ਜ਼ਿਆਦਾ ਨੰਬਰਸ ਹੈਗੇ ਨੇ, ਆਪਾਂ ਗੱਲ ਕਰਦੇ ਕਿ 550 ਮੈਂਬਰਸ ਨੇ ਟੋਟਲ, ਤੇ 550 ਦੇ ਵਿੱਚੋਂ ਜਿਹਦੇ ਕੋਲੇ ਵੀ 50% ਤੋਂ ਜ਼ਿਆਦਾ ਜਾਂ ਫਿਰ 275 ਤੋਂ ਜ਼ਿਆਦਾ ਜਿਸ ਵੀ ਪਾਰਟੀ ਕੋਲੇ ਨੰਬਰ ਹੈਗੇ ਨੇ, ਤਾਂ ਉਹਨਾਂ ਉਸ ਪਾਰਟੀ ਦਾ ਲੀਡਰ ਆਪਣਾ PM ਬਣੂਗਾ, ਉਸ ਪਾਰਟੀ ਦੀ ਸਰਕਾਰ ਬਣੂਗੀ, ਮੈਜੋਰਿਟੀ ਬਣੂਗੀ, ਠੀਕ ਹੈ। ਮੈਜੋਰਿਟੀ ਪਾਰਟੀ ਦਾ ਹੀ ਰੂਲ ਹੁੰਦਾ ਹੈ, ਠੀਕ ਹੈ, ਇਹ ਸਿਸਟਮ ਹੈ। ਕਲੈਕਟਿਵ ਰਿਸਪੌਂਸਿਬਿਲਿਟੀ ਸਭ ਤੋਂ ਜ਼ਿਆਦਾ ਡਿਫਾਈਨਿੰਗ ਫੈਕਟਰ ਹੈਗਾ, ਠੀਕ ਹੈ। ਅਗਰ ਪ੍ਰੈਜ਼ੀਡੈਂਸ਼ੀਅਲ ਸਿਸਟਮ ਐਂਡ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਆਪਾਂ ਸਭ ਤੋਂ ਇੱਕ ਜਿਹੜਾ ਡਿਫਰੈਂਸ਼ੀਏਟਿੰਗ ਫੈਕਟਰ ਹੈਗਾ ਉਹ ਕਲੈਕਟਿਵ ਰਿਸਪੌਂਸਿਬਿਲਿਟੀ ਹੀ ਹੈਗਾ, ਠੀਕ ਹੈ। ਆਪਣੇ ਕੇਸ ਦੇ ਵਿੱਚ ਲੋਕ ਸਭਾ ਦੇ ਵਿੱਚੋਂ ਕੀ ਚੁਣੀ ਜਾਂਦੀ ਹੈ ਜੀ, ਆਪਣੀ ਸਰਕਾਰ ਚੁਣੀ ਜਾਂਦੀ ਹੈ, ਕਾਊਂਸਲ ਆਫ ਮਿਨਿਸਟਰਸ ਚੁਣੀ ਜਾਂਦੀ ਹੈ, ਠੀਕ ਹੈ। ਜੇ ਇਹ ਲੋਕ ਸਭਾ ਹੈਗੀ ਹੈ, ਲੋਕ ਸਭਾ ਦੇ ਵਿੱਚੋਂ ਹੀ ਆਪਣੀ ਕਾਊਂਸਲ ਆਫ ਮਿਨਿਸਟਰਸ ਹੁੰਦੀ ਹੈ, ਠੀਕ ਹੈ। ਹੁਣ ਆਪਾਂ ਨੇ ਦੇਖਿਆ ਸੀ ਕਿ ਪਾਰਲੀਮੈਂਟ ਕੀ ਹੈ ਜੀ, ਇੱਕ ਫੈਮਿਲੀ ਹੈ, ਇੱਕ ਪਰਿਵਾਰ ਹੈ, ਔਰ ਇਹਦੀ ਸਰਕਾਰ ਕੀ ਹੈ ਜੀ, ਇੱਕ ਫੈਮਿਲੀ ਦਾ ਮੈਂਬਰ ਹੈਗਾ, ਠੀਕ ਹੈ। ਹੁਣ ਆਪਾਂ ਆਪਣੀ ਫੈਮਿਲੀ ਨੂੰ ਰਾਜੇ, ਆਪਾਂ ਐਜ਼ ਅ ਫੈਮਿਲੀ ਮੈਂਬਰ ਆਪਣੀ ਫੈਮਿਲੀ ਨੂੰ ਜਵਾਬਦੇਹ ਹਾਂ, ਉਸੇ ਤਰ੍ਹਾਂ ਇਹ ਜਿਹੜੀ ਸਰਕਾਰ ਹੈ ਇਹ ਇਸ ਪਾਰਲੀਮੈਂਟ ਨੂੰ ਜਾਂ ਫਿਰ ਇਸ ਲੋਕ ਸਭਾ ਨੂੰ ਜਵਾਬਦੇਹ ਹੈਗੀ ਹੈ, ਠੀਕ ਹੈ। ਯਾਨੀ ਕਿ ਇਹ ਸਾਰੀ ਸਰਕਾਰ ਕਲੈਕਟਿਵਲੀ ਰਿਸਪੌਂਸਿਬਲ ਹੈ ਕਿਹਨੂੰ, ਲੋਕ ਸਭਾ, ਠੀਕ ਹੈ। ਇਹ ਸਭ ਤੋਂ ਜ਼ਿਆਦਾ ਡਿਫਾਈਨਿੰਗ ਫੈਕਟਰ ਹੈ ਆਪਣੇ ਪਾਰਲੀਮੈਂਟਰੀ ਗਵਰਨਮੈਂਟ ਦਾ। ਆਪਾਂ ਅੱਗੇ ਪੜ੍ਹਾਂਗੇ ਬੱਚੇ ਕਿ ਜਿਹੜਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਇਹਦੇ ਵਿੱਚ ਕੋਈ ਰਿਸਪੌਂਸਿਬਿਲਿਟੀ ਦਾ ਕਨਸੈਪਟ ਨਹੀਂ ਹੈਗਾ, ਠੀਕ ਹੈ। ਉਹਨਾਂ ਦੇ ਜਿਹੜੇ ਸਰਕਾਰ ਹੈਗੀ ਬੇਸਿਕਲੀ ਪ੍ਰੈਜ਼ੀਡੈਂਟ ਹੈਗਾ ਉਹ ਰਿਸਪੌਂਸਿਬਲ ਨਹੀਂ ਹੈਗਾ ਉਹਨਾਂ ਦੀ ਪਾਰਲੀਮੈਂਟ ਨੂੰ, ਠੀਕ ਹੈ। ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਬਟ ਸਭ ਤੋਂ ਜ਼ਿਆਦਾ ਡਿਫਾਈਨਿੰਗ ਫੈਕਟਰ ਇਹ ਰਿਸਪੌਂਸਿਬਿਲਿਟੀ ਵਾਲਾ ਹੀ ਹੈਗਾ। ਆਪਣੀ ਸਰਕਾਰ ਆਪਣੀ ਲੋਕ ਸਭਾ ਨੂੰ ਜਵਾਬਦੇਹ ਹੈਗੀ, ਅਕਾਊਂਟੇਬਲ ਹੈਗੀ ਹੈ, ਠੀਕ ਹੈ, ਇਹ ਚੀਜ਼ ਹੈ। ਨੈਕਸਟ ਬੱਚੇ ਆਪਣੇ ਕੀ ਫੀਚਰ ਹੈਗਾ, ਇੱਕ ਪੋਲੀਟੀਕਲ ਹੋਮੋਜੀਨਿਟੀ। ਹੁਣ ਤੁਸੀਂ ਇਮੈਜਿਨ ਕਰੋ ਅਗਰ BJP ਦੀ ਸਰਕਾਰ ਹੈ ਬੱਚੇ, ਹੁਣ ਸਰਕਾਰ ਦਾ ਮਤਲਬ ਕੀ ਹੈ, ਅਗੇਨ ਮੈਂ ਉਮੀਦ ਕਰ ਰਿਹਾ ਤੁਹਾਨੂੰ ਹੁਣ ਤੱਕ ਸਰਕਾਰ ਦਾ ਮਤਲਬ ਪਤਾ ਲੱਗ ਗਿਆ ਹੋਣਾ ਕੀ ਚੀਜ਼ ਹੈ, ਠੀਕ ਹੈ। ਇਹ ਜਿਹੜਾ ਮੰਤਰੀ ਮੰਡਲ ਹੈ ਬੇਸਿਕਲੀ ਆਪਾਂ ਇਹਨੂੰ ਹੀ ਸਰਕਾਰ ਕਹਿੰਦੇ ਹਾਂ। डिफेंस मिनिस्टर है, फाइनेंस मिनिस्टर है, होम मिनिस्टर है, ठीक है, हेल्थ मिनिस्टर है, एजुकेशन मिनिस्टर है, ये जिन्हें भी ਜਿਹੜੇ मिनिस्टर्स ने यही अपना सरकार बनाते हैं, ठीक है। ਇਹਨਾਂ ਨੂੰ ਹੀ ਆਪਾਂ ਭਾਰਤ ਸਰਕਾਰ ਕਹਿ ਦਿੰਦੇ ਬੇਸਿਕਲੀ, ਠੀਕ ਹੈ। ਤਾਂ ਹੁਣ ਬੱਚੇ ਕੀ ਹੈ, ਅਗਰ BJP ਦੀ ਸਰਕਾਰ ਹੈ ਦੈਟ ਮੀਨਸ ਇਹਨਾਂ ਸਾਰੇ ਜਿਹੜੇ ਮੰਤਰੀ ਨੇ ਇਹ ਵੀ 90 ਮਤਲਬ ਮੈਕਸਿਮਮ BJP ਪਾਰਟੀ ਤੋਂ ਹੀ ਬਿਲੋਂਗ ਕਰਦੇ ਹੋਣਗੇ, BJP ਤੋਂ ਜਾਂ ਫਿਰ ਜਿਹੜੇ ਇਹਨਾਂ ਦੇ ਅਲਾਇੰਸ ਪਾਰਟਨਰ ਸੀਗੇ, ਠੀਕ ਹੈ। JDU ਹੋਇਆ, ਕੋਈ ਵੀ ਹੋਇਆ, ਜਿਹੜੇ ਵੀ ਹੈ ਨਾ, ਜਿਵੇਂ ਨੀਤੀਸ਼ ਕੁਮਾਰ, ਤਾਂ ਜਿਹੜੇ ਵੀ BJP ਦੇ ਅਲਾਇੰਸ ਪਾਰਟਨਰਸ ਨੇ ਮੈਕਸਿਮਮ ਉਹਨਾਂ ਦੇ ਜਿਹੜੇ ਕੀ ਹੈ ਲੀਡਰਸ ਹੋਣਗੇ, ਮਿਨਿਸਟਰ ਬਣਨਗੇ। ਮਤਲਬ ਕੀ ਹੈ BJP ਦੀ ਸਰਕਾਰ ਵੇਲੇ ਕੋਈ ਕਾਂਗਰਸ ਦਾ ਬੰਦਾ ਕੀ ਹੈ, ਕਾਂਗਰਸ ਦਾ ਬੰਦਾ ਓਬਵੀਅਸਲੀ ਗੱਲ ਹੈ ਮਿਨਿਸਟਰ ਨਹੀਂ ਬਣ ਸਕਦਾ, ਠੀਕ ਹੈ। ਤਾਂ BJP ਦੇ ਆਪਣੇ ਬੰਦੇ ਹੀ ਮਿਨਿਸਟਰ ਬਣਨਗੇ। ਤਾਂ ਸਾਨੂੰ ਪਤਾ ਲੱਗ ਰਿਹਾ ਵੀ ਜਿਹੜੀ ਸਰਕਾਰ ਹੈ, ਜਿਹੜੇ ਵੀ ਸਾਰੇ ਮੰਤਰੀ ਨੇ ਉਹ ਪੋਲੀਟੀਕਲੀ ਬੜੇ ਹੋਮੋਜੀਨਸ ਨੇ। ਹੋਮੋਜੀਨਸ ਕੀ ਹੁੰਦਾ, ਇੱਕੋ ਜਿਹੇ, ਠੀਕ ਹੈ। ਆਈਡੀਓਲੋਜੀਕਲੀ ਇਹ ਸਾਰੇ ਜਿਹੜੇ ਆਈਡੀਓਲੋਜੀ ਇਹਨਾਂ ਦੀ ਸੇਮ ਹੈਗੀ ਹੈ, ਓਬਵੀਅਸਲੀ ਗੱਲ ਜਦੋਂ ਸੇਮ ਪਾਰਟੀ ਤੋਂ ਬਿਲੋਂਗ ਕਰਦੇ ਨੇ ਤਾਂ ਇਹਨਾਂ ਦੀ ਆਈਡੀਓਲੋਜੀ ਵੀ ਸੇਮ ਹੀ ਹੋਊਗੀ। ਕੋਈ ਕਾਂਗਰਸ ਦਾ ਬੰਦਾ ਵਿੱਚ ਨਹੀਂ ਹੋਊਗਾ, ਕੋਈ ਆਮ ਆਦਮੀ ਪਾਰਟੀ ਦਾ ਬੰਦਾ ਵਿੱਚ ਨਹੀਂ ਹੋਊਗਾ, ਕਿਉਂਕਿ ਇਹ ਤਾਂ ਸਰਕਾਰ ਦੇ ਵਿੱਚ ਨਹੀਂ ਹੈਗੇ, ਠੀਕ ਹੈ, ਇਹ ਚੀਜ਼ ਹੈਗੀ। ਹੁਣ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ, ਰੀਸੈਂਟਲੀ ਹੁਣ ਫਾਰਮ ਲੋਜ਼ ਦੇ ਕਾਰਨ BJP ਤੋਂ ਅਕਾਲੀ ਦਲ ਨੇ ਆਪਣਾ ਸਮਰਥਨ ਵਾਪਸ ਲੈ ਲਿਆ, ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ। ਹੁਣ ਤੱਕ ਦਾ ਬੱਚੇ ਕੀ ਸੀ, BJP ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰ ਸਾਂਝੇ ਸੀਗੇ, ਠੀਕ ਹੈ। ਤਾਂ ਆਪਾਂ ਕਹਿ ਦਿੰਦੇ ਦੋਨੇ ਪੋਲੀਟੀਕਲੀ ਹੋਮੋਜੀਨਸ ਨੇਗੇ, ਇੱਕੋ ਜਿਹੇ ਸੀਗੇ। ਬਟ ਹੁਣ ਕਿਉਂਕਿ ਕਿਸਾਨਾਂ ਦੇ ਜਿਹੜੇ ਅੰਦੋਲਨ ਕਰਕੇ, ਫਾਰਮ ਲੋਸ ਕਰਕੇ ਹੁਣ ਆਪਾਂ ਕਹਿ ਰਹੇ ਵੀ ਦੋਨਾਂ ਦੇ ਵਿਚਾਰ ਅਲੱਗ-ਅਲੱਗ ਹੋ ਗਏ, ਠੀਕ ਹੈ। ਹੁਣ ਕਿਉਂਕਿ ਇਹਨਾਂ ਦੇ ਵਿਚਾਰ ਅਲੱਗ-ਅਲੱਗ ਹੋ ਗਏ ਤਾਂ ਅਕਾਲੀ ਦਲ ਨੇ ਕੀ ਕੋਸ਼ਿਸ਼ ਕੀਤੀ ਵੀ ਅਸੀਂ ਸਰਕਾਰ ਤੋਂ ਹੁਣ ਬਾਹਰ ਹੋ ਜਾਂਦੇ ਹਾਂ, ਠੀਕ ਹੈ। ਤਾਂ ਮਤਲਬ ਕੀ ਹੈ, ਸਰਕਾਰ ਦੇ ਵਿੱਚ ਹਮੇਸ਼ਾ ਪੋਲੀਟੀਕਲੀ ਹੋਮੋਜੀਨਸ ਲੋਕ ਹੀ ਰਹਿਣਗੇ। ਜਦੋਂ ਕਦੇ ਉਹਨਾਂ ਨੂੰ ਲੱਗਦਾ ਵੀ ਅਸੀਂ ਹੋਮੋਜੀਨਸ ਨਹੀਂ ਰਹੇ, ਅਸੀਂ ਸਰਕਾਰ ਤੋਂ ਅਲੱਗ ਆਈਡੀਓਲੋਜੀ ਰੱਖ ਰਹੇ ਹਾਂ, ਤਾਂ ਉਹ ਅਲੱਗ ਹੋ ਜਾਂਦੇ ਹੁੰਦੇ ਨੇ, ਠੀਕ ਹੈ। ਜਿਵੇਂ ਕਿ ਅਕਾਲੀ ਦਲ ਅਲੱਗ ਹੋ ਗਿਆ, ਠੀਕ ਹੈ। ਓਬਵੀਅਸਲੀ ਗੱਲ ਹੈ ਪੋਲੀਟੀਕਲ ਰੀਜ਼ਨ ਨੇ, ਇਹਦੇ ਹੋਰ ਵੀ ਬਹੁਤ ਰੀਜ਼ਨ ਨੇ, ਬਟ ਸਟਿਲ ਆਪਾਂ ਕਹਿੰਦੇ ਨੇ ਵੀ ਪੋਲੀਟੀਕਲੀ ਹੋਮੋਜੀਨਸ ਇੱਕ ਸਰਕਾਰ ਦੇ ਵਿੱਚ ਹੁੰਦੇ ਨੇ, ਠੀਕ ਹੈ। ਤਾਂ ਜਿਹੜੇ ਵੀ ਮੰਤਰੀ ਨੇ ਉਹ ਸਾਰੇ BJP ਜਾਂ ਫਿਰ ਉਹਨਾਂ ਦੇ ਅਲਾਇੰਸ ਪਾਰਟਨਰਸ ਵਿੱਚੋਂ ਹੀ ਹੋਣਗੇ, ਠੀਕ ਹੈ ਜੀ। ਡਬਲ ਮੈਂਬਰਸ਼ਿਪ ਬੱਚੇ, ਇਹ ਵੀ ਬਹੁਤ ਇੰਪੋਰਟੈਂਟ ਫੈਕਟਰ ਹੈਗਾ ਆਪਣੇ ਸਿਸਟਮ ਦੇ ਵਿੱਚ। ਡਬਲ ਮੈਂਬਰਸ਼ਿਪ ਹੈ, ਕਿਵੇਂ ਡਬਲ ਦਾ ਕੀ ਮਤਲਬ ਹੈ, ਜਿਹੜਾ ਮੰਤਰੀ ਹੈ ਬੱਚੇ, ਫਾਈਨਾਂਸ ਮਿਨਿਸਟਰ ਹੈ ਜਾਂ ਕੋਈ ਹੋਮ ਮਿਨਿਸਟਰ ਹੈ, ਸਾਨੂੰ ਪਤਾ ਹੈ ਮਿਨਿਸਟਰ ਹੋਣ ਤੋਂ ਪਹਿਲਾਂ ਉਸ ਬੰਦੇ ਨੂੰ MP ਹੋਣਾ ਪਊਗਾ ਬੱਚੇ, ਲੋਕ ਸਭਾ ਦਾ ਜਾਂ ਰਾਜ ਸਭਾ ਦਾ, ਕਿਸੇ ਵੀ ਹਾਊਸ ਦਾ ਮੈਂਬਰ ਬਣਨਾ ਪਊਗਾ, ਠੀਕ ਹੈ। ਯਾਨੀ ਕਿ ਕੋਈ ਬੰਦਾ MP ਵੀ ਹੋਊਗਾ ਪਲੱਸ ਉਹੀ ਬੰਦਾ ਮਿਨਿਸਟਰ ਵੀ ਹੋਊਗਾ। ਯਾਨੀ ਕਿ ਹੋਰ ਆਪਾਂ ਰਿਫਾਈਨ ਕਰਕੇ ਲਿਖਦੇ ਹਾਂ, MP ਦਾ ਮਤਲਬ ਕੀ ਹੈ ਵੀ ਲੈਜਿਸਲੇਚਰ ਦਾ ਪਾਰਟ ਹੋਊਗਾ, ਠੀਕ ਹੈ, ਲੋਕ ਸਭਾ ਦਾ ਪਾਰਟ ਹੋਊਗਾ, ਨਾਲ ਐਗਜ਼ੈਕਟਿਵ ਦਾ ਵੀ ਪਾਰਟ ਹੋਊਗਾ, ਠੀਕ ਹੈ। ਹੋਰ ਰਿਫਾਈਨ ਕਰ ਲੈਂਦੇ ਹਾਂ, ਇਹ ਹੈਗੀ ਹੈ ਮੇਰੀ ਲੈਜਿਸਲੇਚਰ ਬੱਚੇ, ਠੀਕ ਹੈ।
और ਲੈਜਿਸਲੇਚਰ ਦੇ ਵਿੱਚੋਂ ਕੀ ਬਣਦਾ ਆਪਣਾ ਐਗਜ਼ੀਕਿਊਟਿਵ ਬਣਦਾ, ਐਗਜ਼ੈਕਟਿਵ ਬਣਦਾ, ਸਰਕਾਰ ਬਣਦੀ ਹੈਗੀ। ਠੀਕ ਹੈ, ਤਾਂ ਇੱਕ ਬੰਦਾ ਲੈਜਿਸਲੇਚਰ ਦਾ ਵੀ ਪਾਰਟ ਹੈਗਾ ਔਰ ਐਗਜ਼ੀਕਿਊਟਿਵ ਦਾ ਵੀ ਪਾਰਟ ਹੈਗਾ। ਇਸ ਚੀਜ਼ ਨੂੰ ਆਪਾਂ ਕਹਿੰਦੇ ਬੱਚੇ ਡਬਲ ਮੈਂਬਰਸ਼ਿਪ। ਠੀਕ ਹੈ, ਹੁਣ ਅਗੇਨ ਇੱਥੋਂ ਹੀ ਆਪਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਪੜ੍ਹਾਂਗੇ। ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਜਿਹੜੇ ਸੈਕਟਰੀਜ਼ ਨੇਗੇ ਉਹਨਾਂ ਦੀ ਸਰਕਾਰ ਹੈ ਉਹ ਬਿਲਕੁਲ ਹੀ ਅਲੱਗ ਹੈ ਬੱਚੇ। ਠੀਕ ਹੈ, ਜੇ ਆਪਾਂ ਗੱਲ ਕਰੀਏ ਉਹਨਾਂ ਦੇ ਵਿੱਚ ਸੈਪਰੇਸ਼ਨ ਆਫ ਪਾਵਰ ਦਾ ਕੌਨਸੈਪਟ ਪੜ੍ਹਾਂਗੇ ਆਪਾਂ ਕਿ ਉਹਨਾਂ ਦਾ ਜਿਹੜਾ ਲੈਜਿਸਲੇਚਰ ਹੈ ਬੱਚੇ, ਉਹਨਾਂ ਦੀ ਜਿਹੜੀ ਕਾਂਗਰਸ ਹੈਗੀ ਉਹਨਾਂ ਦੀ ਆਪਣੀ ਉਹ ਪਾਰਲੀਮੈਂਟ ਨੂੰ ਕਾਂਗਰਸ ਕਹਿੰਦੇ ਨੇਗੇ। ਅਮਰੀਕਾ ਦੇ ਵਿੱਚ ਉਹਨਾਂ ਦਾ ਨਾਮ ਕਾਂਗਰਸ ਹੈਗਾ, ਆਪਣੇ ਦੇਸ਼ ਦੇ ਵਿੱਚ ਕਾਂਗਰਸ ਇੱਕ ਪਾਰਟੀ ਹੈ, ਬਟ ਕਾਂਗਰਸ ਦਾ ਜੋ ਲਿਟਰਲ ਮੀਨਿੰਗ ਹੁੰਦਾ ਉਹ ਇਕੱਠ ਹੁੰਦਾ ਹੈਗਾ। ਠੀਕ ਹੈ, ਤਾਂ ਜਿਹੜਾ ਉਹਨਾਂ ਦੀ ਲੈਜਿਸਲੇਚਰ ਹੈ, ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਦਾ ਨਾਮ ਕਾਂਗਰਸ ਹੈਗਾ। ਠੀਕ ਹੈ, ਅਤੇ ਉਹਨਾਂ ਦੀ ਜਿਹੜੀ ਲੈਜਿਸਲੇਚਰ ਹੈ ਜਿੱਥੇ ਉਹ ਕਾਨੂੰਨ ਬਣਾਉਂਦੇ ਨੇ ਦੈਟ ਇਜ਼ ਕੰਪਲੀਟਲੀ ਸੈਪਰੇਟ ਫਰੋਮ ਐਗਜ਼ੀਕਿਊਟਿਵ। ਠੀਕ ਹੈ, ਜਿਹੜੀ ਉਹਨਾਂ ਦੀ ਸਰਕਾਰ ਹੈ, ਜੋ ਉਹਨਾਂ ਦਾ ਪ੍ਰੈਜ਼ੀਡੈਂਟ ਹੈ, ਬਿਲਕੁਲ ਹੀ ਸੈਪਰੇਟ ਹੈ ਜੀ ਉਹਨਾਂ ਦੇ ਲੈਜਿਸਲੇਚਰ ਤੋਂ। ਤਾਂ ਉਹਨਾਂ ਦੇ ਕੇਸ ਵਿੱਚ, ਅਮਰੀਕਾ ਦੇ ਕੇਸ ਵਿੱਚ ਜਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਸੈਪਰੇਸ਼ਨ ਆਫ ਪਾਵਰ ਦਾ ਬਹੁਤ ਅੱਛਾ ਕੌਨਸੈਪਟ ਆਉਂਦਾ ਹੈਗਾ। ਠੀਕ ਹੈ, ਆਪਣੇ ਦੇਸ਼ ਦੇ ਵਿੱਚ ਇਹ ਸੈਪਰੇਸ਼ਨ ਆਫ ਪਾਵਰ ਨਹੀਂ ਹੈਗੀ। ਆਪਣੇ ਵਿੱਚ ਕੀ ਹੈ ਜੀ, ਓਵਰਲੈਪ ਹੈਗਾ। ਕਿਵੇਂ? ਕਿਉਂਕਿ ਸੇਮ ਹੀ ਬੰਦੇ ਐਗਜ਼ੀਕਿਊਟਿਵ ਦੇ ਵਿੱਚ ਨੇ, ਸੇਮ ਬੰਦੇ ਹੀ ਲੈਜਿਸਲੇਚਰ ਦੇ ਵਿੱਚ ਨੇ। ਠੀਕ ਹੈ, ਤਾਂ ਇੱਥੇ ਆਪਣਾ ਥੋੜ੍ਹਾ ਜਿਹਾ ਓਵਰਲੈਪ ਹੈਗਾ। ਠੀਕ ਹੈ, ਅਮਰੀਕਾ ਦੇ ਵਿੱਚ ਟੋਟਲੀ ਵਾਟਰ ਟਾਈਟ ਕੰਪਾਰਟਮੈਂਟਸ ਨੇਗੇ। ਠੀਕ ਹੈ, ਲੈਜਿਸਲੇਚਰ ਐਗਜ਼ੀਕਿਊਟਿਵ ਦਾ ਪਾਰਟ ਨਹੀਂ ਹੋ ਸਕਦਾ, ਐਗਜ਼ੀਕਿਊਟਿਵ ਲੈਜਿਸਲੇਚਰ ਦਾ ਪਾਰਟ ਨਹੀਂ ਹੋ ਸਕਦਾ, ਬਿਲਕੁਲ ਹੀ ਸੈਪਰੇਸ਼ਨ ਆਫ ਪਾਵਰ ਹੈ। ਠੀਕ ਹੈ ਜੀ, ਇਹ ਚੀਜ਼ ਹੈਗੀ। ਨੈਕਸਟ ਬੱਚੇ ਲੀਡਰਸ਼ਿਪ ਆਫ PM। ਓਬਵੀਅਸਲੀ ਗੱਲ ਹੈ, ਸਾਡੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਹੈੱਡ ਹੈ, ਮੇਨ ਬੰਦਾ ਉਹ PM ਹੀ ਹੈਗਾ। ਅਗਰ ਆਪਾਂ ਭਾਰਤ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮੋਦੀ ਸਾਹਿਬ ਦਾ ਆਪਣਾ ਚਿਹਰਾ ਸਾਹਮਣੇ ਆਉਂਦਾ ਹੈਗਾ। ਠੀਕ ਹੈ, ਤਾਂ ਲੀਡਰਸ਼ਿਪ ਆਫ PM ਇਜ਼ ਦ ਇੰਪੋਰਟੈਂਟ ਫੀਚਰ ਆਫ ਪਾਰਲੀਮੈਂਟਰੀ ਗਵਰਨਮੈਂਟ। ਠੀਕ ਹੈ ਜੀ, ਨੈਕਸਟ ਬੱਚੇ ਡਿਸੋਲੂਸ਼ਨ ਆਫ ਲੋਅਰ ਹਾਊਸ। ਸਾਡੇ ਦੇਸ਼ ਦੇ ਵਿੱਚ ਕੀ ਜਿਹੜੀ ਲੋਕ ਸਭਾ ਹੈ ਉਹ ਡਿਜ਼ੋਲਵ ਹੋ ਸਕਦੀ ਹੈ ਬੱਚੇ? ਬਿਲਕੁਲ ਹੋ ਸਕਦੀ ਹੈ, ਆਪਾਂ ਪੜ੍ਹਦੇ ਆ ਰਹੇ ਹਾਂ ਬਾਰ-ਬਾਰ। ਠੀਕ ਹੈ, ਕਿ ਲੋਕ ਸਭਾ ਕੈਨ ਬੀ ਡਿਜ਼ੋਲਵਡ ਬਾਏ ਪ੍ਰੈਜ਼ੀਡੈਂਟ। ਠੀਕ ਹੈ, ਤਾਂ ਜਿਹੜੀ ਲੋਅਰ ਹਾਊਸ ਹੈ ਜਾਂ ਲੋਕ ਸਭਾ ਉਹ ਡੈਫੀਨੇਟਲੀ ਡਿਜ਼ੋਲਵ ਹੋ ਸਕਦੀ ਹੈ। ਈਵਨ ਬੱਚੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਆਪਣਾ PM ਹੈ, PM ਕੈਨ ਆਲਸੋ ਰੈਕਮੈਂਡ ਦ ਪ੍ਰੈਜ਼ੀਡੈਂਟ ਟੂ ਡਿਜ਼ੋਲਵ ਦਾ ਲੋਕ ਸਭਾ। ਠੀਕ ਹੈ, ਜੇ ਆਪਾਂ ਅੱਜ ਅਸੈਂਬਲੀ ਭੰਗ ਕਰਨੀ ਹੋਵੇ, ਮੁੱਖ ਮੰਤਰੀ ਕਰ ਸਕਦਾ ਅਸੈਂਬਲੀ ਭੰਗ ਬੱਚੇ, ਪ੍ਰਧਾਨ ਮੰਤਰੀ ਕਰ ਸਕਦਾ ਆਪਣੀ ਪਾਰਲੀਮੈਂਟ ਭੰਗ, ਲੋਕ ਸਭਾ ਭੰਗ ਕਰ ਸਕਦਾ। ਠੀਕ ਹੈ, ਅਤੇ ਅਗਰ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਤਾਂ ਉਸ ਟਾਈਮ ਆਪਾਂ ਨੂੰ ਨਵੇਂ ਇਲੈਕਸ਼ਨ ਕਰਵਾਉਣੇ ਪੈਣਗੇ। ਠੀਕ ਹੈ, ਹੁਣ ਜੇ ਦੇਖੋ ਅਗਰ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਬੱਚੇ ਤਾਂ 2024 ਦੇ ਵਿੱਚ ਜਿਹੜੇ ਇਲੈਕਸ਼ਨ ਡਿਊ ਨੇਗੇ। ਠੀਕ ਹੈ, ਨਵੀਂ ਲੋਕ ਸਭਾ 2024 ਦੇ ਵਿੱਚ ਚੁਣੀ ਜਾਊਗੀ। ਬਟ ਅਗਰ ਅੱਜ ਮੋਦੀ ਸਾਹਿਬ ਦਾ ਦਿਮਾਗ ਖਰਾਬ ਹੁੰਦਾ ਹੈਗਾ, ਠੀਕ ਹੈ, ਤਾਂ ਅੱਜ ਮੋਦੀ ਸਾਹਿਬ ਕੀ ਕਰ ਸਕਦੇ ਨੇ ਵੀ ਲੋਕ ਸਭਾ ਨੂੰ ਭੰਗ ਕਰ ਸਕਦੇ ਨੇ। ਠੀਕ ਹੈ, ਵੀ ਅੱਜ ਹੀ ਇਲੈਕਸ਼ਨ ਦੁਬਾਰਾ ਕਰਾਓ। ਠੀਕ ਹੈ, ਓਬਵੀਅਸਲੀ ਮਤਲਬ ਪ੍ਰੈਕਟੀਕਲ ਚੀਜ਼ ਨਹੀਂ ਹੈਗੀ ਇਹ, ਬਟ ਇਸ ਚੀਜ਼ ਦਾ ਪ੍ਰੋਵੀਜ਼ਨ ਹੈਗਾ ਵੀ ਹਾਊਸ ਡਿਜ਼ੋਲਵ ਕੀਤਾ ਜਾ ਸਕਦਾ ਆਪਣੇ ਦੇਸ਼ ਦੇ ਵਿੱਚ। ਠੀਕ ਹੈ ਜੀ, ਇਹ ਵੀ ਇੱਕ ਫੀਚਰ ਹੈ। ਨੈਕਸਟ ਹੈ ਬੱਚੇ ਸੀਕ੍ਰੇਸੀ। ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਕੋਈ ਮੰਤਰੀ ਬਣਦਾ ਹੈ, ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ, ਕੁਛ ਵੀ ਬਣਦਾ ਹੈਗਾ, ਤਾਂ ਉਹ ਮੰਤਰੀ ਬੱਚੇ ਇੱਕ ਓਥ ਆਫ ਸੀਕ੍ਰੇਸੀ ਲੈਂਦਾ ਹੈਗਾ। ਠੀਕ ਹੈ, ਵੀ ਕੌਨਫੀਡੈਂਸ਼ੀਅਲਿਟੀ ਦੀ ਇੱਕ ਸ਼ਬਦ ਗ੍ਰਹਿਣ ਕਰਦਾ ਵੀ ਹਾਂਜੀ ਐਜ਼ ਅ ਮਿਨਿਸਟਰ ਮੇਰੇ ਕੋਲ ਜੋ ਵੀ ਇਨਫੋਰਮੇਸ਼ਨ ਆਊਗੀ। ਹੁਣ ਤੁਸੀਂ ਇਮੈਜਿਨ ਕਰੋ ਇੱਕ ਡਿਫੈਂਸ ਮਿਨਿਸਟਰ ਕੋਲੇ, ਐਡੇ ਵੱਡੇ ਦੇਸ਼ ਦੇ ਡਿਫੈਂਸ ਮਿਨਿਸਟਰ ਕੋਲੇ ਕਿੰਨੀ ਕੁ ਜ਼ਿਆਦਾ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਆਈ ਹੋਊਗੀ, ਓਬਵੀਅਸਲੀ ਗੱਲ ਆਈ ਹੋਊਗੀ। ਠੀਕ ਹੈ, ਤਾਂ ਹੁਣ ਐਜ਼ ਅ ਮਿਨਿਸਟਰ ਇੱਦਾਂ ਤਾਂ ਹੈ ਨਹੀਂ ਸਾਰੀ ਉਮਰ ਉਹੀ ਮਿਨਿਸਟਰ ਰਹੇਗਾ, ਕਦੇ ਹਟੇਗਾ ਵੀ। ਠੀਕ ਹੈ, ਤਾਂ ਉਹ ਓਥ ਆਫ ਸੀਕ੍ਰੇਸੀ ਲੈਂਦੇ ਨੇ ਕਿ ਐਜ਼ ਅ ਮਿਨਿਸਟਰ ਮੇਰੇ ਕੋਲ ਜੋ ਵੀ ਇਨਫੋਰਮੇਸ਼ਨ ਆਈ ਹੈ ਮੈਂ ਕਿਸੇ ਕੋਲੇ ਵੀ ਉਹ ਡਿਸਕਲੋਜ਼ ਨਹੀਂ ਕਰਾਂਗਾ। ਠੀਕ ਹੈ, ਨਾ ਹੀ ਮੈਂ ਆਪਣੇ ਪਰਿਵਾਰ ਦੇ ਵਿੱਚ, ਨਾ ਕਿਤੇ ਵੀ ਆਊਟ ਆਫ ਦ ਗਵਰਨਮੈਂਟ ਉਹ ਚੀਜ਼ ਡਿਸਕਲੋਜ਼ ਨਹੀਂ ਕਰੂੰਗਾ ਜਿੱਥੇ ਵੀ ਮੈਨੂੰ ਨਹੀਂ ਕਰਨੀ ਚਾਹੀਦੀ। ਠੀਕ ਹੈ, ਤਾਂ ਸੀਕ੍ਰੇਸੀ ਵੀ ਇੱਕ ਇੰਪੋਰਟੈਂਟ ਫੀਚਰ ਆਪਣੇ ਪਾਰਲੀਮੈਂਟਰੀ ਗਵਰਨਮੈਂਟ ਦਾ। ਠੀਕ ਹੈ ਬੱਚੇ, ਇਹ ਤਾਂ ਦੇਖੋ ਸੀਗਾ ਆਪਣਾ ਪਾਰਲੀਮੈਂਟਰੀ ਗਵਰਨਮੈਂਟ ਜੋ ਇੰਡੀਆ ਦੇ ਵਿੱਚ ਹੈਗਾ। ਤਾਂ ਹੁਣ ਇਹਦੇ ਨਾਲ ਹੀ ਕੰਪੇਅਰ ਆਪਾਂ ਕਰਾਂਗੇ ਹੁਣ ਪ੍ਰੈਜ਼ੀਡੈਂਸ਼ੀਅਲ ਸਿਸਟਮ। ਠੀਕ ਹੈ, ਅਮਰੀਕਾ ਦੇ ਵਿੱਚ ਜੋ ਸਿਸਟਮ ਉਹ ਕੰਪੇਅਰ ਕਰਦੇ ਹਾਂ। ਅਮਰੀਕਾ ਦੇ ਵਿੱਚ ਬੱਚੇ ਕੀ ਹੈ, ਸਿੰਗਲ ਐਗਜ਼ੀਕਿਊਟਿਵ ਦਾ ਸਿਸਟਮ ਹੈਗਾ। ਠੀਕ ਹੈ, ਜਿਵੇਂ ਆਪਣਾ ਡਿਊਲ ਐਗਜ਼ੀਕਿਊਟਿਵ ਸੀਗਾ, ਉੱਥੇ ਸਿੰਗਲ ਐਗਜ਼ੀਕਿਊਟਿਵ ਹੈ। ਮਤਲਬ ਕੀ ਹੈ, ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ, ਰਾਸ਼ਟਰਪਤੀ ਹੈ, ਜੋ ਬਾਈਡਨ ਸਾਹਿਬ ਹੈਗੇ ਨੇ, ਤਾਂ ਉਹ ਜਿਹੜੇ ਜੋ ਬਾਈਡਨ ਨੇ ਨਾਲੇ ਦਾ ਬੱਚੇ ਹੈਡ ਆਫ ਦਾ ਸਟੇਟ ਨੇਗੇ ਐਂਡ ਹੈਡ ਆਫ ਗਵਰਨਮੈਂਟ ਵੀ ਹੈਗੇ ਨੇ। ਠੀਕ ਹੈ, ਹੈਡ ਆਫ ਗਵਰਨਮੈਂਟ ਐਂਡ ਹੈਡ ਆਫ ਸਟੇਟ, ਇਹ ਦੋਨੋਂ ਸਿੰਗਲ ਹੀ ਬੰਦਾ ਹੈਗਾ। ਬਟ ਆਪਣੇ ਕੇਸ ਦੇ ਵਿੱਚ ਕੀ ਸੀ ਬੱਚੇ, ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਤਾਂ ਸੀਗੇ ਹੈਡ ਆਫ ਅ ਸਟੇਟ, ਇਹ ਤਾਂ ਹੈਡ ਆਫ ਸਟੇਟ ਸੀਗੇ, ਔਰ ਜਿਹੜੇ PM ਨੇ ਬੱਚੇ ਹੈਗੇ ਨੇ ਆਪਣੇ ਹੈਡ ਆਫ ਗਵਰਨਮੈਂਟ। ਇਹ ਬਹੁਤ ਇੰਪੋਰਟੈਂਟ ਫੀਚਰ ਹੈ ਬੱਚੇ। ਠੀਕ ਹੈ, ਹੈਡ ਆਫ ਗਵਰਨਮੈਂਟ ਅਤੇ ਹੈਡ ਆਫ ਸਟੇਟ ਦੋਨੋਂ ਅਲੱਗ-ਅਲੱਗ ਨੇ ਆਪਣੇ ਕੇਸ ਦੇ ਵਿੱਚ, ਬਟ ਅਮਰੀਕਾ ਦੇ ਕੇਸ ਵਿੱਚ ਦੋਨੋਂ ਬੰਦੇ ਹੀ ਸਿੰਗਲ ਬੰਦਾ ਹੈਗਾ। ਠੀਕ ਹੈ, ਉਹਨਾਂ ਦਾ ਪ੍ਰੈਜ਼ੀਡੈਂਟ ਹੀ ਹੈਡ ਆਫ ਸਟੇਟ ਹੈ, ਨੋਮੀਨਲ ਵੀ ਉਹੀ ਹੈ ਔਰ ਰੀਅਲ ਵੀ ਉਹੀ ਹੈਗਾ। ਠੀਕ ਹੈ, ਇਹ ਚੀਜ਼ ਹੈ। ਨੈਕਸਟ ਹੈ ਬੱਚੇ ਫਿਕਸਡ ਟੈਨਰ। ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੀ ਟਰਮ ਪਹਿਲੀ ਗੱਲ ਤਾਂ 4 ਸਾਲ ਹੁੰਦੀ ਹੈ, ਇਹ ਆਪਾਂ ਨੂੰ ਧਿਆਨ ਪਤਾ ਹੋਣਾ ਚਾਹੀਦਾ। ਆਪਣੇ ਦੇਸ਼ ਦੇ ਵਿੱਚ ਜਿਹੜੀ ਨੋਰਮਲ ਟਰਮ 5 ਸਾਲ ਦੀ ਹੁੰਦੀ ਹੈ ਮੈਕਸਿਮਮ ਬੰਦਿਆਂ ਦੀ। ਠੀਕ ਹੈ, ਬਟ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਦੀ ਟਰਮ 4 ਸਾਲ ਦੀ ਹੈ, ਪਹਿਲੀ ਗੱਲ। ਦੂਜੀ ਬੱਚੇ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਦਾ ਟੈਨਰ ਹੈ ਉਹ ਫਿਕਸਡ ਹੈਗਾ 4 ਸਾਲ ਦਾ। ਠੀਕ ਹੈ, ਇਹਨੂੰ ਘਟਾਇਆ ਨਹੀਂ ਜਾ ਸਕਦਾ। ਜੇ ਅਗਰ ਆਪਾਂ ਗੱਲ ਕਰੀਏ ਆਪਣੇ ਸਿਸਟਮ ਦੀ, ਆਪਣੇ PM ਦੀ, ਤਾਂ ਕੀ ਆਪਣੇ PM ਦੀ ਕੋਈ ਫਿਕਸਡ ਟਰਮ ਹੈ ਰਾਜੇ? ਠੀਕ ਹੈ, ਹੁਣ ਤੁਹਾਡੇ ਦਿਮਾਗ 'ਚ ਸ਼ਾਇਦ 5 ਸਾਲ ਆ ਰਹੀ ਹੋਣੀ, ਬਟ ਓਬਵੀਅਸਲੀ ਨੋਟ। ਠੀਕ ਹੈ, ਆਪਾਂ ਬਾਰ-ਬਾਰ ਡਿਸਕਸ ਕਰ ਚੁੱਕੇ ਹਾਂ ਇਹ ਚੀਜ਼ ਆਲਰੇਡੀ। PM ਰਾਜੇ ਜ਼ਰੂਰੀ ਨਹੀਂ ਵੀ 5 ਸਾਲ ਹੀ ਕੰਟੀਨਿਊ ਕਰੂਗਾ। ਬੜੇ ਇੰਸਟੈਂਸਿਸ ਹੋਏ ਨੇਗੇ ਕਿ ਸਿਰਫ 13 ਦਿਨਾਂ ਦੇ ਵਿੱਚ ਰਿਜ਼ਾਈਨ ਕਰਨਾ ਪੈ ਗਿਆ,
13 ਮਹੀਨਿਆਂ ਦੇ ਵਿੱਚ ਰਿਜ਼ਾਈਨ ਕਰਨਾ ਪੈ ਗਿਆ, 1 ਸਾਲ ਦੇ ਵਿੱਚ ਕਰਨਾ ਪੈ ਗਿਆ, 1.5 ਸਾਲ ਦੇ ਵਿੱਚ ਕਰਨਾ ਪੈ ਗਿਆ, 2 ਸਾਲ ਦੇ ਵਿੱਚ ਕਰਨਾ ਪੈ ਗਿਆ। ਦੈਟ ਮੀਨਸ ਜਿਹੜੀ 5 ਸਾਲ ਦੀ ਆਪਾਂ ਇਮੈਜਿਨ ਕਰਦੇ ਹਾਂ, ਆਪਣੇ ਦਿਮਾਗ ਦੇ ਵਿੱਚ ਛਵੀ ਬਣੀ ਹੋਈ ਹੈ, ਉਹ 5 ਸਾਲ ਜ਼ਰੂਰੀ ਨਹੀਂ ਹੈਗਾ ਵੀ 5 ਸਾਲ ਹੀ ਕੰਟੀਨਿਊ ਕਰਨਾ ਹੈਗਾ, ਠੀਕ ਹੈ। ਤਾਂ ਘੱਟ ਸਮੇਂ ਲਈ ਵੀ ਕੰਟੀਨਿਊ ਕਰ ਸਕਦਾ PM, ਕਿਉਂਕਿ ਨੰਬਰ ਦੀ ਗੇਮ ਹੈ ਬੱਚੇ। ਜਦੋਂ ਤੱਕ ਤੁਹਾਡੇ ਕੋਲ 275 ਪਲੱਸ ਮੈਜਿਕ ਨੰਬਰ ਹੈਗਾ ਤਾਂ ਠੀਕ ਹੈ, ਤੁਸੀਂ PM ਹੈਗੇ ਹੋ, ਤੁਸੀਂ ਰਾਜੇ ਹੈਗੇ ਹੋ। ਜਦੋਂ ਹੀ ਤੁਹਾਡਾ 275 ਤੋਂ ਨੰਬਰ ਘੱਟਦਾ ਬੱਚੇ, 50% ਤੋਂ ਜਿਹੜਾ ਕੀ ਹੈ ਤੁਹਾਡੀ ਮੈਜੋਰਿਟੀ ਘੱਟਦੀ ਹੈਗੀ ਹੈ, ਤੁਸੀਂ ਉਸੇ ਟਾਈਮ ਤੁਹਾਨੂੰ ਰਿਜ਼ਾਈਨ ਕਰਨਾ ਪੈਣਾ ਹੈਗਾ, ਠੀਕ ਹੈ। ਔਰ ਇਹੋ ਜਿਹੇ ਬੜੇ ਕੇਸਿਸ ਹੋਏ ਨੇ ਆਪਣੇ ਕੋਲ ਇਨ ਹਿਸਟਰੀ ਆਪਣੀ, ਠੀਕ ਹੈ ਜੀ, ਆਪਣੀ ਪੋਲੀਟੀਕਲ ਹਿਸਟਰੀ ਵਿੱਚ ਇਹ ਬੜੇ ਕੇਸਿਸ ਇੱਦਾਂ ਦੇ ਹੋਏ ਨੇਗੇ। ਬਟ ਅਮਰੀਕਾ ਦੇ ਵਿੱਚ ਇੱਦਾਂ ਕੁਛ ਨਹੀਂ ਹੈਗਾ। ਇੱਕ ਵਾਰੀ ਅਗਰ ਪ੍ਰੈਜ਼ੀਡੈਂਟ ਚੁਣਿਆ ਗਿਆ ਤਾਂ ਤੁਸੀਂ ਉਹਨੂੰ ਕੋਈ ਵੋਟਾਂ ਪਾ ਕੇ ਇੱਦਾਂ ਹਟਾ ਨਹੀਂ ਸਕਦੇ, ਠੀਕ ਹੈ। ਔਰ ਇੱਕ ਇੰਪੀਚਮੈਂਟ ਵਾਲਾ ਪ੍ਰੋਸੀਜਰ ਉਹ ਡਿਫਰੈਂਟ ਹੈ ਬਿਲਕੁਲ ਹੀ, ਠੀਕ ਹੈ, ਕਿ ਰਿਮੂਵ ਕਿਵੇਂ ਕਰਨਾ ਉਹ ਬਿਲਕੁਲ ਡਿਫਰੈਂਟ ਪ੍ਰੋਸੀਜਰ ਹੈਗਾ। ਬਟ ਇੱਦਾਂ ਕੋਈ ਟੈਨੋਰ ਜਿਹੜਾ ਕੀ ਉਹਨੂੰ ਆਪਾਂ ਘਟਾ ਨਹੀਂ ਸਕਦੇ ਹੈਗੇ, ਠੀਕ ਹੈ। ਤਾਂ ਆਪਾਂ ਫਿਕਸਡ ਟੈਨੋਰ ਕਹਿੰਦੇ ਹਾਂ। ਜਿਹੜੀ ਇੰਪੀਚਮੈਂਟ ਉਹ ਜਸਟ ਇੱਕ ਐਕਸੈਪਸ਼ਨ ਹੈਗੀ, ਉਹਨੂੰ ਅਸੀਂ ਐਜ਼ ਅ ਨੋਰਮ ਨਹੀਂ ਲਿਖ ਸਕਦੇ, ਉਹ ਜਸਟ ਇੱਕ ਐਕਸੈਪਸ਼ਨ ਹੈਗੀ, ਠੀਕ ਹੈ। ਤਾਂ ਅਮਰੀਕਨ ਪ੍ਰੈਜ਼ੀਡੈਂਟ ਦੀ ਟਰਮ ਫਿਕਸ ਹੁੰਦੀ ਹੈ, ਆਪਣੇ PM ਦੀ ਟਰਮ ਫਿਕਸ ਨਹੀਂ ਹੁੰਦੀ ਹੈ, ਆਪਾਂ ਨੂੰ ਧਿਆਨ ਦੇਣਾ ਹੈਗਾ। ਨੈਕਸਟ ਬੱਚੇ, ਆਪਾਂ ਕਹਿ ਰਹੇ ਸੀ ਵੀ ਜਿਹੜੇ ਆਪਣੇ ਮਿਨਿਸਟਰਸ ਨੇਗੇ, ਹੋਮ ਮਿਨਿਸਟਰ, ਡਿਫੈਂਸ ਮਿਨਿਸਟਰ, ਇਹਨਾਂ ਨੂੰ ਮਿਨਿਸਟਰ ਬਣਨ ਤੋਂ ਪਹਿਲਾਂ ਬੱਚੇ ਕੀ ਬਣਨਾ ਪਊਗਾ? MP ਬਣਨਾ ਪਊਗਾ। ਹੁਣ MP ਬੰਦਾ ਕਿਵੇਂ ਬਣਦਾ ਹੈ? ਇਲੈਕਸ਼ਨ ਕਰਕੇ ਬਣਦਾ ਹੈਗਾ, ਠੀਕ ਹੈ। ਲੋਕ ਸਭਾ ਦੇ ਵਿੱਚ ਆਪਾਂ ਭਗਵੰਤ ਮਾਨ ਭੇਜਿਆ ਜਾਂ ਹੋਰ ਆਪਣੇ MPs ਭੇਜਣੇ, ਕਿਵੇਂ ਭੇਜਣੇ? ਇਲੈਕਸ਼ਨ ਕਰਕੇ ਭੇਜਣੇ, ਠੀਕ ਹੈ। ਜੇ ਕੋਈ ਬੰਦਾ MP ਬਣਦਾ ਫਿਰ ਹੀ ਬੰਦਾ ਮਿਨਿਸਟਰ ਬਣ ਸਕਦਾ ਹੈਗਾ, ਠੀਕ ਹੈ। ਤਾਂ ਮਿਨਿਸਟਰ ਬਣਨ ਵਾਸਤੇ ਪਹਿਲਾਂ MP ਬਣਨਾ ਪਊਗਾ, ਇੱਕ ਹਾਊਸ ਦੇ ਵਿੱਚ ਚੁਣੇ ਜਾਣਾ ਪਊਗਾ, ਠੀਕ ਹੈ। ਬਟ ਅਮਰੀਕਾ ਦੇ ਵਿੱਚ ਕੀ ਸਿਸਟਮ ਹੈ ਬੱਚੇ? ਅਮਰੀਕਾ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਆਪਾਂ ਵਰਡ ਮਿਨਿਸਟਰ ਯੂਜ਼ ਕਰਦੇ ਹਾਂ, ਉਹ ਵਰਡ ਮਿਨਿਸਟਰ ਯੂਜ਼ ਨਹੀਂ ਕਰਦੇ, ਉਹ ਯੂਜ਼ ਕਰਦੇ ਨੇ ਬੱਚੇ ਵਰਡ ਸੈਕਟਰੀ, ਠੀਕ ਹੈ। ਜਿਵੇਂ ਡਿਫੈਂਸ ਸੈਕਟਰੀ, ਹੋਮ ਸੈਕਟਰੀ, ਸੈਕਟਰੀ ਆਫ ਸਟੇਟ, ਹੋਮ ਨਹੀਂ ਹੁੰਦਾ, ਉੱਥੇ ਹੁੰਦਾ ਸੈਕਟਰੀ ਆਫ ਸਟੇਟ, ਠੀਕ ਹੈ। ਤਾਂ ਹੋਰ ਵੀ ਜਿਹੜੇ ਫਾਈਨਾਂਸ ਸੈਕਟਰੀ, ਤਾਂ ਉਹ ਕੀ ਹੈ ਜੀ, ਉਹ ਮਤਲਬ ਇਹ ਸੈਕਟਰੀ ਵਰਡ ਯੂਜ਼ ਕਰਦੇ ਨੇਗੇ, ਠੀਕ ਹੈ। ਦੂਜੀ ਗੱਲ ਇਹ ਜਿਹੜੇ ਇਹ ਸੈਕਟਰੀਜ਼ ਨੇਗੇ, ਪਹਿਲੀ ਗੱਲ ਤਾਂ ਕੰਪੇਅਰੇਬਲ ਟੂ ਮਿਨਿਸਟਰ ਹੁੰਦੇ ਨੇ। ਜੇ ਆਪਾਂ ਗੱਲ ਕਰੀਏ ਆਪਣਾ ਡਿਫੈਂਸ ਮਿਨਿਸਟਰ ਹੈ ਤਾਂ ਹੀ ਇਜ਼ ਕੰਪੇਅਰੇਬਲ ਟੂ ਅਮਰੀਕਾ ਦਾ ਡਿਫੈਂਸ ਸੈਕਟਰੀ, ਪਹਿਲੀ ਗੱਲ ਤਾਂ। ਦੂਜੀ ਗੱਲ ਬੱਚੀ ਕੀ ਹੈ, ਇਹ ਜਿਹੜੇ ਸੈਕਟਰੀਜ਼ ਨੇ ਇਹ ਨੋਨ ਇਲੈਕਟਡ ਨੇਗੇ। ਨੋਨ ਇਲੈਕਟਡ ਮਤਲਬ ਕੀ ਹੈ, ਇੱਕ ਵਾਰੀ ਅਮਰੀਕਾ ਨੇ ਆਪਣਾ ਰਾਸ਼ਟਰਪਤੀ ਚੁਣ ਲਿਆ, ਠੀਕ ਹੈ। ਹੁਣ ਇਸ ਸਿੰਗਲ ਬੰਦੇ ਦੀ ਪ੍ਰੈਰੋਗੇਟਿਵ ਹੈ ਬੱਚੇ, ਇਹ ਆਪਣੀ ਟੀਮ ਕਿੱਥੋਂ ਲੈ ਕੇ ਆ ਰਿਹਾ, ਠੀਕ ਹੈ। ਇਹ ਆਪਣਾ ਡਿਫੈਂਸ ਸੈਕਟਰੀ ਲੈ ਕੇ ਆ ਰਿਹਾ, ਆਪਣਾ ਹੈਲਥ ਸੈਕਟਰੀ ਲੈ ਕੇ ਆ ਰਿਹਾ, ਐਜੂਕੇਸ਼ਨ ਸੈਕਟਰੀ ਲੈ ਕੇ ਆ ਰਿਹਾ। ਹੁਣ ਜਦੋਂ ਮੈਂ ਸੈਕਟਰੀ ਵਰਡ ਯੂਜ਼ ਕਰ ਰਿਹਾ ਬੱਚੇ, ਦੈਟ ਮੀਨਸ ਮਿਨਿਸਟਰ, ਠੀਕ ਹੈ, ਜੋ ਆਪਣੇ ਦੇਸ਼ ਦੇ ਵਿੱਚ ਮਿਨਿਸਟਰ ਹੈਗਾ, ਠੀਕ ਹੈ। ਆਪਣੇ ਦੇਸ਼ ਦੇ ਵਿੱਚ ਕੀ ਸਿਸਟਮ ਹੈ ਬੱਚੇ, ਵੀ ਜਦੋਂ PM ਚੁਣਿਆ ਗਿਆ ਤਾਂ PM ਆਪਣੇ ਤੋਂ ਇਲਾਵਾ ਜਿਹੜੇ ਹੋਰ BJP ਦੇ ਬੰਦੇ ਨੇ, MPs ਨੇਗੇ, ਉਹਨਾਂ ਨੂੰ ਸਰਕਾਰ ਦੇ ਵਿੱਚ ਰੱਖੂਗਾ, ਠੀਕ ਹੈ। ਤਾਂ ਮਤਲਬ ਸਾਰੇ BJP ਦੇ ਬੰਦੇ ਚੁਣ ਕੇ ਆਏ ਹੋਏ ਨੇ, MPs ਬਣੇ ਹੋਏ ਨੇ, ਤਾਂ ਜਿਹੜੇ MPs ਨੇ ਉਹਨਾਂ ਨੂੰ ਆਪਾਂ ਮਿਨਿਸਟਰ ਬਣਾ ਸਕਦੇ ਹਾਂ। ਬਟ ਅਮਰੀਕਾ ਦੇ ਵਿੱਚ ਇਹ ਚੀਜ਼ ਕੁਛ ਨਹੀਂ ਹੈਗੀ ਵੀ ਜਿਹੜੇ ਤੁਹਾਡੇ ਸੈਕਟਰੀਜ਼ ਨੇ ਤੁਸੀਂ ਕੁਛ ਇਹਨਾਂ ਲੋਕਾਂ ਦੇ ਵਿੱਚ ਹੀ ਬਣਾਉਣੇ ਨੇ, ਤੁਸੀਂ ਕੁਛ ਚੁਣੇ ਹੋਏ ਲੋਕਾਂ ਦੇ ਵਿੱਚ ਹੀ ਬਣਾਉਣੇ ਨਹੀਂ। ਪ੍ਰੈਜ਼ੀਡੈਂਟ ਕੋਲੇ ਫੁੱਲ ਅਥਾਰਟੀ ਹੈ ਬੱਚੇ, ਉਹ ਕਿਸੇ ਵੀ ਬੰਦੇ ਨੂੰ ਅਮਰੀਕਾ ਦੇ ਨੂੰ ਆਪਣਾ ਜਿਹੜਾ ਕੀ ਹੈ ਟੀਮ ਦੇ ਵਿੱਚ ਲੈ ਕੇ ਆ ਸਕਦਾ ਹੈ, ਠੀਕ ਹੈ। ਹੁਣ ਮੰਨ ਲਓ ਡਿਫੈਂਸ ਦੀ ਗੱਲ ਹੈ, ਡਿਫੈਂਸ ਸੈਕਟਰੀ ਬਣਾਉਣਾ ਹੈ ਤਾਂ ਹੋ ਸਕਦਾ ਪ੍ਰੈਜ਼ੀਡੈਂਟ ਕੋਈ ਜਿਹੜਾ ਰਿਟਾਇਰਡ ਕੋਈ ਜਿਹੜਾ ਚੀਫ ਹੋਵੇ, ਠੀਕ ਹੈ, ਆਰਮੀ ਚੀਫ ਹੋ ਸਕਦਾ ਹੈ ਜਾਂ ਉਹਨਾਂ ਦਾ ਮਰੀਨ ਚੀਫ ਹੋ ਸਕਦਾ ਹੈਗਾ, ਠੀਕ ਹੈ। ਜੇ ਆਪਾਂ ਗੱਲ ਕਰੀਏ ਹੈਲਥ ਸੈਕਟਰੀ ਬਣਾਉਣਾ ਤਾਂ ਕੋਈ ਟੌਪ ਜਿਹੜਾ ਡਾਕਟਰ ਹੈ ਅਮਰੀਕਾ ਦਾ ਉਹਨੂੰ ਬਣਾ ਸਕਦੇ ਨੇ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਨੂੰ ਜਿਹੜਾ ਵੀ ਬੰਦਾ ਸਹੀ ਲੱਗਦਾ ਵੀ ਹਾਂਜੀ ਇਹ ਮੈਨੂੰ ਐਕਸਪਰਟ ਐਡਵਾਈਸ ਦੇ ਸਕਦਾ ਹੈਗਾ, ਇਹ ਬਹੁਤ ਐਕਸਪਰਟ ਹੈ ਬੰਦਾ, ਬਹੁਤ ਜੈਨੂਅਨ ਬੰਦਾ ਹੈਗਾ, ਤਾਂ ਉਹਨੂੰ ਆਪਣੀ ਟੀਮ ਦੇ ਵਿੱਚ ਰੱਖ ਸਕਦਾ ਹੈਗਾ, ਠੀਕ ਹੈ। ਦੈਟ ਮੀਨਸ ਜਿਹੜੇ ਸੈਕਟਰੀਜ਼ ਨੇ ਇਹ ਇਲੈਕਟਡ ਨਹੀਂ ਹੈਗੇ, ਪ੍ਰੈਜ਼ੀਡੈਂਟ ਦੀ ਆਪਣੀ ਮਰਜ਼ੀ ਹੈ, ਸਿਰਫ ਸਿੰਗਲ ਬੰਦੇ ਦੀ ਮਰਜ਼ੀ ਹੈ, ਕੋਈ ਦੂਜਾ ਬੰਦਾ ਇਹਦੇ ਵਿੱਚ ਇੰਟਰਫੇਅਰ ਕਰ ਨਹੀਂ ਸਕਦਾ ਹੈਗਾ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਨੇ ਕੰਮ ਕਰਨਾ, ਪ੍ਰੈਜ਼ੀਡੈਂਟ ਆਪਣੀ ਟੀਮ ਖੁਦ ਚੁਣ ਸਕਦਾ, ਠੀਕ ਹੈ। ਤਾਂ ਇਹ ਜਿਹੜੇ ਸੈਕਟਰੀਜ਼ ਨੇ ਦੇ ਆਰ ਨੋਨ ਇਲੈਕਟਡ, ਠੀਕ ਹੈ। ਹੁਣ ਬੱਚੇ ਆਪਾਂ ਇਹੀ ਗੱਲ ਕੀਤੀ ਸੀ, ਜਿਹੜਾ ਪ੍ਰਧਾਨ ਮੰਤਰੀ ਹੈ ਜਾਂ ਉਹਨਾਂ ਦੀ ਕਾਊਂਸਲ ਆਫ ਮਿਨਿਸਟਰਸ ਹੈ, ਅਲੀ ਬਾਬਾ ਔਰ 40 ਚੋਰ ਨੇ ਜਿਹੜੇ, ਠੀਕ ਹੈ, ਇਹ ਕੀ ਨੇ ਬੱਚੇ, ਦੇ ਆਰ ਰਿਸਪੋਂਸੀਬਲ ਟੂ ਦੀ ਲੋਕ ਸਭਾ, ਠੀਕ ਹੈ। ਬਟ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਹੈ ਤੇ ਉਹਦੇ ਸੈਕਟਰੀਜ਼ ਨੇਗੇ, ਦੇ ਆਰ ਨਾਟ ਐਟ ਆਲ ਰਿਸਪੋਂਸੀਬਲ ਟੂ ਦਾ ਕਾਂਗਰਸ, ਠੀਕ ਹੈ। ਇਹ ਜਿਹੜੀ ਨੋਨ ਰਿਸਪੋਂਸੀਬਿਲਿਟੀ ਦਾ ਫੀਚਰ ਹੈ ਕਾਫੀ ਇੰਪੋਰਟੈਂਟ ਹੈ ਇਨ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਦੇ ਵਿੱਚ, ਯਾਨੀ ਕਿ ਪ੍ਰੈਜ਼ੀਡੈਂਟ ਜਾਂ ਉਹਨਾਂ ਦੇ ਸੈਕਟਰੀਜ਼ ਜੋ ਮਰਜ਼ੀ ਕਰ ਦੇਣ ਬੱਚੇ, ਜੋ ਮਰਜ਼ੀ ਕਰ ਦੇਣ, ਉਹਨਾਂ ਨੂੰ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਉਹ ਸਿੰਪਲੀ ਜਵਾਬ ਆਪਣਾ ਕੀ ਹੈ ਬੱਚੇ, ਲੋਕਾਂ ਨੂੰ ਦੇਣਗੇ। ਪ੍ਰੈਜ਼ੀਡੈਂਟ ਉਹਨਾਂ ਦੇ ਆਪਣੇ ਲੋਕਾਂ ਨੂੰ ਜਵਾਬ ਦੇਣ, ਨਾ ਕਿ ਕਾਂਗਰਸ ਨੂੰ। ਆਪਣੇ ਦੇਸ਼ ਦੇ ਵਿੱਚ ਕੀ ਹੈ, ਆਪਣਾ ਜਿਹੜਾ PM ਹੈ ਇਹ ਹਾਊਸ ਨੂੰ ਜਵਾਬ ਦੇਗਾ, ਤਾਂ ਆਪਣੇ PM ਨੂੰ ਚਾਹੀਦਾ ਵੀ ਹਾਊਸ ਨੂੰ ਜਵਾਬ ਦੇਵੇ ਜਦੋਂ ਵੀ ਪੁੱਛਦਾ, ਠੀਕ ਹੈ। ਉਹ ਅੱਡ ਗੱਲ ਹੈ, ਆਪਣੇ PM ਸਾਹਿਬ ਜਦੋਂ ਹੁਣ ਨਾ ਹੀ ਤਾਂ ਕਿਸੇ ਨੂੰ ਲੋਕਾਂ ਨੂੰ ਜਵਾਬ ਦਿੰਦੇ, ਨਾ ਹੀ ਲੋਕ ਸਭਾ ਨੂੰ ਜਵਾਬ ਦਿੰਦੇ ਨੇ, ਬਟ ਇਹ ਚੀਜ਼ ਹੋਣੀ ਚਾਹੀਦੀ ਹੈਗੀ। ਉਹਨਾਂ ਦਾ ਪ੍ਰੈਜ਼ੀਡੈਂਟ ਰਾਜੀ ਜਵਾਬਦੇਹ ਨਹੀਂ ਹੈਗਾ, ਕਾਂਗਰਸ ਨੂੰ ਜਵਾਬਦੇਹ ਨਹੀਂ ਹੈਗਾ, ਚਾਹੇ ਕਾਂਗਰਸ ਨਿੰਦਾ ਕਰਦੀ ਹੈ ਉਹਨਾਂ ਦੀ, ਠੀਕ ਹੈ। ਕਾਂਗਰਸ ਦਾ ਮਤਲਬ ਕੀ ਹੈ, ਉਹਨਾਂ ਦੀ ਪਾਰਲੀਮੈਂਟ, ਠੀਕ ਹੈ। ਚਾਹੇ ਉਹਨਾਂ ਦੀ ਪਾਰਲੀਮੈਂਟ ਉਹਨਾਂ ਦੇ ਰਾਸ਼ਟਰਪਤੀ ਨਿੰਦਾ ਕਰਦੀ ਹੈ, ਚਾਹੇ ਪ੍ਰੇਜ਼ ਕਰਦੀ ਹੈ, ਰਾਸ਼ਟਰਪਤੀ ਰਾਜੀ ਬਿਲਕੁਲ ਉਹਨਾਂ ਨੂੰ ਘਾਸ ਨਹੀਂ ਪਾਉਂਦਾ ਹੈਗਾ, ਠੀਕ ਹੈ, ਕੋਈ ਇਹਨਾਂ ਨੂੰ ਤਵੱਜੋ ਨਹੀਂ ਦਿੰਦਾ ਹੈਗਾ। ਤਾਂ ਪ੍ਰੈਜ਼ੀਡੈਂਟ ਉਹਨਾਂ ਦਾ ਜੋ ਇੱਕ ਤਰ੍ਹਾਂ ਦਾ ਰੱਬ ਹੈ, ਠੀਕ ਹੈ। ਜੋ ਪ੍ਰੈਜ਼ੀਡੈਂਟ ਨੇ ਕਿਹਾ ਅਮਰੀਕਾ ਦੇ ਵਿੱਚ ਉਹੀ ਕੰਮ ਹੋਊਗਾ, ਠੀਕ ਹੈ। ਇਹਨੂੰ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਹੈਗੀ, ਠੀਕ ਹੈ ਜੀ, ਇਹ ਚੀਜ਼ ਹੈ। ਦੂਜਾ ਬੱਚੇ, ਜਿਹੜਾ ਹਾਊਸ ਹੈ ਅਮਰੀਕਾ ਦਾ ਲੋਅਰ ਹਾਊਸ ਹੈ, ਉਹਦਾ ਨਾਮ ਕੀ ਹੈ ਜੀ, ਹਾਊਸ ਆਫ ਰਿਪਰੈਜ਼ੈਂਟੇਟਿਵ।
ਜਿਹੜਾ ਉਹਨਾਂ ਦਾ ਅਪਰ ਹਾਊਸ ਉਹਦਾ ਕੀ ਨਾਮ ਹੈ ਜੀ, ਸੈਨੇਟ ਹੈਗਾ, ਠੀਕ ਹੈ। ਹੁਣ ਆਪਣੇ ਦੇਸ਼ ਦੇ ਵਿੱਚ ਕੀ ਜਿਹੜਾ ਲੋਅਰ ਹਾਊਸ ਹੈ, ਦੈਟ ਮੀਨਸ ਕਿ ਲੋਕ ਸਭਾ ਜਿਹੜਾ ਹੈਗਾ ਕੀ ਉਹਨੂੰ ਡਿਜ਼ੋਲਵ ਕਰ ਸਕਦੇ, ਬਿਲਕੁਲ ਕਰ ਸਕਦੇ, ਹੁਣੀ ਪੜ੍ਹਿਆ ਆਪਾਂ ਨੇ, ਠੀਕ ਹੈ। ਕੀ ਆਪਾਂ ਕਹਿ ਰਹੇ ਸੀ ਵੀ ਜਦੋਂ ਮੋਦੀ ਸਾਹਿਬ ਦਾ ਦਿਮਾਗ ਖਰਾਬ ਹੋ ਜਾਊਗਾ ਉਹ ਲੋਕ ਸਭਾ ਨੂੰ ਭੰਗ ਕਰ ਸਕਦੇ ਨੇ, ਠੀਕ ਹੈ। ਬਟ ਅਮਰੀਕਾ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈਗਾ। ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਹੈ he cannot at all dissolve the house of representative, ਠੀਕ ਹੈ ਜੀ। ਉਹ ਆਪਣੇ ਲੋਅਰ ਹਾਊਸ ਡਿਜ਼ੋਲਵ ਨਹੀਂ ਕਰ ਸਕਦਾ, ਠੀਕ ਹੈ ਬੱਚੇ, ਇਹ ਚੀਜ਼ ਹੈ। ਨੈਕਸਟ ਬੱਚੇ ਓਬਵੀਅਸਲੀ ਸਭ ਤੋਂ ਇੰਪੋਰਟੈਂਟ ਇਹ ਵੀ ਚੀਜ਼ ਹੈਗੀ ਹੈ ਸੈਪਰੇਸ਼ਨ ਆਫ ਪਾਵਰਸ ਦੀ, ਠੀਕ ਹੈ। ਅਮਰੀਕਾ ਦੇ ਵਿੱਚ ਸੈਪਰੇਸ਼ਨ ਆਫ ਪਾਵਰਸ ਹੈਗੀ, ਠੀਕ ਹੈ। ਆਪਣੇ ਦੇਸ਼ ਦੇ ਵਿੱਚ ਅਗਰ ਮੈਂ ਕਹਾਂ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਆਉਂਦਾ ਬੱਚੇ, ਪਾਰਲੀਮੈਂਟ ਦੇ ਵਿੱਚ ਕੌਣ ਕੌਣ ਆਉਂਦਾ ਹੈ, ਇੱਕ ਤਾਂ ਲੋਕ ਸਭਾ ਹੋਊਗੀ, ਇੱਕ ਰਾਜ ਸਭਾ ਹੋਊਗੀ, ਇੱਕ ਥਰਡ ਆਪਣੇ ਕੋਲ ਆਉਂਦਾ ਜੀ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ। ਆ 3 ਪਾਰਟ ਨੇ ਜੀ ਪਾਰਲੀਮੈਂਟ ਦੇ। ਹੁਣ ਆਪਾਂ ਨੂੰ ਇਹ ਵੀ ਪਤਾ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਇਹ ਕੌਣ ਹੈ ਰਾਜੇ, ਇਹ ਐਗਜ਼ੀਕਿਊਟਿਵ ਦਾ ਵੀ ਪਾਰਟ ਹੈਗਾ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਯੂਨੀਅਨ ਐਗਜ਼ੀਕਿਊਟਿਵ ਤਾਂ ਉਹਦੀਆਂ 5 ਚੀਜ਼ਾਂ ਪੜ੍ਹਦੇ ਹੁੰਦੇ ਹਾਂ ਬੱਚੇ ਆਪਾਂ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, PM, ਕਾਊਂਸਲ ਆਫ ਮਿਨਿਸਟਰ ਤੇ ਅਟਾਰਨੀ ਜਨਰਲ, ਠੀਕ ਹੈ। ਇਹ 5 ਚੀਜ਼ਾਂ ਆਪਾਂ ਪੜ੍ਹਦੇ ਹੁੰਦੇ ਹਾਂ। ਤਾਂ ਇਹਦੇ ਵਿੱਚ ਦੇਖੋ ਪ੍ਰੈਜ਼ੀਡੈਂਟ ਸਭ ਤੋਂ ਪਹਿਲਾਂ ਆ ਰਿਹਾ, ਦੈਟ ਮੀਨਸ ਪ੍ਰੈਜ਼ੀਡੈਂਟ ਬੱਚੇ ਐਗਜ਼ੀਕਿਊਟਿਵ ਦਾ ਵੀ ਪਾਰਟ ਹੈ ਔਰ ਇੱਥੇ ਲੈਜਿਸਲੇਚਰ ਦਾ ਵੀ ਪਾਰਟ ਹੈਗਾ, ਠੀਕ ਹੈ। ਜਾਂ ਫਿਰ ਇਹਨੂੰ ਹੋਰ ਵੀ ਦੇਖ ਸਕਦੇ ਆਪਾਂ, ਜਿਵੇਂ ਆਪਾਂ ਪਹਿਲਾਂ ਦੇਖਿਆ ਸੀਗਾ ਕਿ ਜਿਹੜੇ ਮੰਤਰੀ ਨੇਗੇ ਉਹ ਮੰਤਰੀ ਬੱਚੇ ਲੈਜਿਸਲੇਚਰ ਦਾ ਵੀ ਪਾਰਟ ਨੇਗੇ, ਠੀਕ ਹੈ, ਅਤੇ ਐਗਜ਼ੀਕਿਊਟਿਵ ਦਾ ਵੀ ਪਾਰਟ ਨੇਗੇ, ਠੀਕ ਹੈ। ਦੈਟ ਮੀਨਸ ਉਹਨਾਂ ਕੋਲ ਡਬਲ ਮੈਂਬਰਸ਼ਿਪ ਹੈਗੀ ਹੈ ਕਿ ਸੈਪਰੇਸ਼ਨ ਆਫ ਪਾਵਰ ਨਹੀਂ ਹੈਗੀ। ਲੈਜਿਸਲੇਚਰ ਬੱਚੇ ਉਹਨਾਂ ਦਾ ਲੈਜਿਸਲੇਚਰ ਦੇ ਵਿੱਚੋਂ ਹੀ ਐਗਜ਼ੀਕਿਊਟਿਵ ਬਣਿਆ ਹੋਏਗਾ, ਠੀਕ ਹੈ। ਕੋਈ ਸੈਪਰੇਸ਼ਨ ਆਫ ਪਾਵਰ ਨਹੀਂ ਵੀ ਸਰਕਾਰ ਬਿਲਕੁਲ ਅਲੱਗ ਹੈ, ਲੈਜਿਸਲੇਚਰ ਬਿਲਕੁਲ ਅਲੱਗ ਹੈ, ਨਹੀਂ। ਆਪਣੇ ਵਿੱਚੋਂ ਜਿਹੜੀ ਸਰਕਾਰ ਹੈ ਉਹ ਲੈਜਿਸਲੇਚਰ ਦੇ ਵਿੱਚੋਂ ਹੀ ਬਣੀ ਹੋਈ ਹੈਗੀ, ਠੀਕ ਹੈ। ਬਟ ਅਮਰੀਕਾ ਦੇ ਵਿੱਚ ਇੱਦਾਂ ਕੁਛ ਨਹੀਂ ਹੈਗਾ, ਉਹਨਾਂ ਦੀ ਸਰਕਾਰ ਬਿਲਕੁਲ ਅਲੱਗ ਬਣੀ ਹੋਈ ਹੈ। ਯਾਨੀ ਸਰਕਾਰ ਦਾ ਮਤਲਬ ਕੀ ਹੈ ਜੀ ਮੇਰਾ, ਪ੍ਰੈਜ਼ੀਡੈਂਟ ਅਤੇ ਉਹਦੇ ਸੈਕਟਰੀਜ਼, ਇਹ ਸਰਕਾਰ ਹੈ ਬਸ ਉੱਥੇ, ਠੀਕ ਹੈ। ਇਹ ਉਹਨਾਂ ਦੀ ਸਰਕਾਰ ਹੈ। ਆਪਣੀ ਸਰਕਾਰ ਕੌਣ ਹੈ, ਆਪਣੀ ਸਰਕਾਰ ਹੈਗੀ ਹੈ ਮੰਤਰੀ ਮੰਡਲ, ਕਾਊਂਸਲ ਆਫ ਮਿਨਿਸਟਰਸ ਹੈਡਡ ਬਾਈ PM, ਇਹ ਆਪਣੀ ਸਰਕਾਰ ਹੈ। ਤਾਂ ਉਹਨਾਂ ਦੀ ਜਿਹੜੀ ਸਰਕਾਰ ਹੈ ਬਿਲਕੁਲ ਅਲੱਗ ਹੈ ਕਿਤੋਂ, ਲੈਜਿਸਲੇਚਰ ਤੋਂ, ਯਾਨੀ ਕਿ ਉਹਨਾਂ ਦੀ ਕਾਂਗਰਸ ਤੋਂ ਬਿਲਕੁਲ ਅਲੱਗ ਹੈ। ਕੋਈ ਇਹਨਾਂ ਦਾ ਇੰਟਰਫੇਰੈਂਸ ਆਪਸ ਦੇ ਵਿੱਚ ਨਹੀਂ ਹੈਗਾ, ਠੀਕ ਹੈ ਜੀ, ਇਹ ਚੀਜ਼ ਹੈ। ਤਾਂ ਹੁਣ ਇਹ ਵੀ ਚੀਜ਼ ਰਾਜੇ ਆਪਾਂ ਨੂੰ ਕੰਮ ਦੇਊਗੀ ਅੱਗੇ ਵੀ, ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੈਗਾ ਤਾਂ ਆਪਸ ਦੇ ਵਿੱਚ ਕੋਈ ਇੰਟਰੈਕਸ਼ਨ ਵੀ ਨਹੀਂ ਹੈਗੀ, ਠੀਕ ਹੈ। ਤਾਂ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਵੀ ਲੈਜਿਸਲੇਚਰ ਕੁਝ ਕਹਿ ਰਿਹਾ, ਐਗਜ਼ੀਕਿਊਟਿਵ ਕੁਝ ਕਹਿ ਰਿਹਾ, ਹੁਣ ਕਿਉਂਕਿ ਆਪਸ ਦੇ ਵਿੱਚ ਕੋਈ ਇੰਟਰੈਕਸ਼ਨ ਨਹੀਂ ਹੈਗੀ ਤਾਂ ਬੜਾ ਇਹਦਾ ਨੁਕਸਾਨ ਹੁੰਦਾ ਹੈ ਕਿ ਡੈਡਲੋਕਸ ਬੜੇ ਹੁੰਦੇ ਨੇਗੇ, ਠੀਕ ਹੈ। ਆਪਸ ਦੇ ਵਿੱਚ ਡੈਡਲੋਕ ਬੜੇ ਹੁੰਦੇ ਨੇ। ਆਪਣੇ ਕੇਸ ਦੇ ਵਿੱਚ ਕੀ ਹੈ ਬੱਚੇ, ਆਪਣਾ ਜਿਹੜਾ ਐਗਜ਼ੀਕਿਊਟਿਵ ਹੈ ਕਿਉਂਕਿ ਉਹ ਲੈਜਿਸਲੇਚਰ ਦਾ ਹੀ ਪਾਰਟ ਹੈਗਾ, ਠੀਕ ਹੈ, ਤਾਂ ਡੈਡਲੋਕ ਕ੍ਰੀਏਟ ਹੋਣ ਦੇ ਚਾਂਸਿਸ ਬੜੇ ਘੱਟ ਨੇਗੇ। ਆਪਣੇ ਮਿਨਿਸਟਰ ਕਿਉਂਕਿ ਆਪਣੇ ਮੰਤਰੀ ਨੇ ਜਿਹੜੇ ਆਪਣੀ ਸਰਕਾਰ ਹੈ ਇਸੇ ਹਾਊਸ ਦੀ ਮੈਂਬਰ ਹੈ ਤਾਂ ਕਹਿ ਸੁਣ ਕੇ ਮਨਾ ਲੈਂਦੇ ਨੇਗੇ, ਠੀਕ ਹੈ। ਆਪਣੀ ਸਰਕਾਰ ਪਾਰਲੀਮੈਂਟ ਨੂੰ ਮਨਾ ਲੈਂਦੀ ਹੈ ਕਿਤੇ ਨਾ ਕਿਤੇ, ਬਟ ਉੱਥੇ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਉੱਥੇ ਬੜੇ ਡੈਡਲੋਕ ਕ੍ਰੀਏਟ ਹੁੰਦੇ ਨੇ, ਠੀਕ ਹੈ ਜੀ। ਬਾਕੀ ਆਪਾਂ ਪੜ੍ਹਦੇ ਹਾਂ ਹੌਲੀ ਹੌਲੀ। ਤਾਂ ਥੋੜ੍ਹਾ ਜਿਹਾ ਹੁਣ ਫੀਚਰਸ ਦੇਖ ਲਈਏ, ਲਾਸਟ ਸਲਾਈਡ ਆਈ ਹੋਪ। ਤਾਂ ਇਹ ਸਾਰੀ ਚੈਪਟਰ ਦੇ ਵਿੱਚ ਸਮਰੀ ਹੈਗੀ ਆ, ਆਪਾਂ ਨੇ ਹੌਲੀ ਹੌਲੀ ਫੀਚਰ ਥੋੜ੍ਹੇ ਕੀਤੇ ਨੇ। ਹੁਣ ਜਸਟ ਮੈਂ ਸਮਰੀ ਥੋੜ੍ਹਾ ਫਾਸਟ ਮੂਵ ਕਰੂੰਗਾ ਕਿਉਂਕਿ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ, ਠੀਕ ਹੈ। ਹੁਣ ਜਸਟ ਮੈਂ ਤੁਹਾਨੂੰ ਜਿਸਟ ਇੱਕ ਬਣਾ ਕੇ ਦਿੱਤੀ ਹੈ, ਇਹ ਤੁਸੀਂ ਇਹਦਾ ਸਕਰੀਨਸ਼ਾਟ ਲੈ ਲੈਣਾ, ਠੀਕ ਹੈ। ਡਿਫਰੈਂਸ਼ੀਏਟ ਕਰਦੇ ਬੱਚੇ, ਕੰਪੇਅਰ ਕਰਦੇ ਹਾਂ ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਸ਼ੀਅਲ ਸਿਸਟਮ। ਤਾਂ ਪਾਰਲੀਮੈਂਟ ਸਿਸਟਮ ਦੀ ਗੱਲ ਕਰੀਏ ਬੱਚੇ ਆਪਾਂ, ਸਭ ਤੋਂ ਪਹਿਲਾਂ ਆਪਾਂ ਨੇ ਦੇਖਿਆ ਕਿ ਡਿਊਲ ਐਗਜ਼ੀਕਿਊਟਿਵ ਬਿਲਕੁਲ ਹੈਗਾ ਜੀ, ਆਪਣਾ ਰੀਅਲ ਐਂਡ ਨੋਮੀਨਲ, ਪ੍ਰੈਜ਼ੀਡੈਂਟ ਐਂਡ PM, ਠੀਕ ਹੈ। ਇਹ ਹੈਗੇ ਨੇ ਨੋਮੀਨਲ, ਇਹ ਹੈਗੇ ਨੇ ਰੀਅਲ, ਇਹ ਪੜ੍ਹ ਚੁੱਕੇ ਹਾਂ ਜੀ। ਅਮਰੀਕਾ ਦੇ ਵਿੱਚ ਬੱਚੇ ਸਿੰਗਲ ਐਗਜ਼ੀਕਿਊਟਿਵ ਹੈਗਾ, ਠੀਕ ਹੈ। ਉਹਨਾਂ ਦਾ ਪ੍ਰੈਜ਼ੀਡੈਂਟ ਹੀ ਜਿਹੜਾ ਹੈਗਾ ਰੀਅਲ ਵੀ ਹੈਗਾ ਔਰ ਨੋਮੀਨਲ ਵੀ ਹੈਗਾ। ਮੈਜੋਰਿਟੀ ਪਾਰਟੀ ਰੂਲ ਬੱਚੇ ਬਿਲਕੁਲ ਪੜ੍ਹੇ ਆਪਣੇ ਕਿ ਅਗਰ 50% ਤੋਂ ਜ਼ਿਆਦਾ ਸੀਟਸ ਹੈਗੀਆਂ ਤੁਸੀਂ ਰੂਲ ਕਰੋਗੇ। ਜਿਹੜੀ ਬੱਚੇ ਉੱਥੇ ਅਮਰੀਕਾ ਦੇ ਵਿੱਚ ਹੈਗਾ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਬੱਚੇ ਉਹਦੀ ਇੱਕ ਫਿਕਸ ਟਰਮ ਹੈਗੀ ਹੈ, ਠੀਕ ਹੈ, ਫਿਕਸ ਟਰਮ ਹੈਗੀ ਹੈ। ਕੋਈ ਇੱਦਾਂ ਨਹੀਂ ਹੈਗਾ ਵੀ ਜਦੋਂ ਤੱਕ ਮੈਜੋਰਿਟੀ ਹੈਗੀ ਉਦੋਂ ਤੱਕ ਹੀ ਰੂਲ ਹੈ, ਨਹੀਂ, ਠੀਕ ਹੈ। ਪ੍ਰੈਜ਼ੀਡੈਂਟ ਦੀ ਆਪਣੀ ਇੰਡੀਪੈਂਡੈਂਟ ਟਰਮ ਹੈ 4 ਸਾਲ ਦੀ, ਕੋਈ ਕਾਂਗਰਸ ਦੀ ਮੈਜੋਰਿਟੀ ਦੇ ਉੱਪਰ ਡਿਪੈਂਡ ਨਹੀਂ ਕਰਦਾ ਹੈਗਾ, ਬਟ ਇੱਥੇ ਡੈਫੀਨਿਟਲੀ ਮੈਜੋਰਿਟੀ ਦੇ ਉੱਪਰ ਹੀ ਡਿਪੈਂਡ ਕਰੂਗਾ, ਤੁਸੀਂ ਫੇਰ ਹੀ ਰੂਲ ਦੇ ਵਿੱਚ ਰਹਿ ਸਕਦੇ ਹੋ। ਨੈਕਸਟ ਬੱਚੇ ਕਲੈਕਟਿਵ ਰਿਸਪੌਂਸਿਬਿਲਿਟੀ, ਓਬਵੀਅਸਲੀ ਵੀ ਜਿਹੜਾ ਮੰਤਰੀ ਮੰਡਲ ਹੈ ਦੈਟ ਇਜ਼ ਰਿਸਪੌਂਸਿਬਲ ਟੂ ਲੋਕ ਸਭਾ। ਇੱਥੇ ਬੱਚੇ ਕੋਈ ਰਿਸਪੌਂਸਿਬਿਲਿਟੀ ਦਾ ਕੌਨਸੈਪਟ ਹੀ ਨਹੀਂ ਹੈਗਾ, ਠੀਕ ਹੈ। ਉਹਨਾਂ ਦੀ ਸਰਕਾਰ, ਉਹਨਾਂ ਦਾ ਰਾਸ਼ਟਰਪਤੀ, ਉਹਨਾਂ ਦੇ ਸੈਕਟਰੀਜ਼, ਦੇ ਆਰ ਨਾਟ ਐਟ ਆਲ ਰਿਸਪੌਂਸਿਬਲ ਟੂ ਐਨੀਬਡੀ, ਠੀਕ ਹੈ। ਉਹ ਕਿਸੇ ਨੂੰ ਘਾਸ ਨਹੀਂ ਪਾਉਂਦੇ ਹੈਗੇ, ਠੀਕ ਹੈ। ਇਹ ਚੀਜ਼ ਦੇ ਬੱਚੇ ਕੋਈ ਰਿਸਪੌਂਸਿਬਿਲਿਟੀ ਨਹੀਂ ਹੈਗੀ। ਪੋਲੀਟੀਕਲ ਹੋਮੋਜੈਨਿਟੀ ਬੱਚੇ ਹੁਣੀ ਪੜ੍ਹਿਆ ਸੀ ਆਪਣੇ ਕਿ ਜਦੋਂ ਇੱਕ ਸਰਕਾਰ ਦੀ ਗੱਲ ਹੁੰਦੀ ਹੈ ਤਾਂ ਸਰਕਾਰ ਦੇ ਵਿੱਚ ਇੱਕੋ ਹੀ ਆਈਡੀਓਲੋਜੀ ਦੇ ਆਲਮੋਸਟ ਬੰਦੇ ਹੁੰਦੇ ਨੇ, ਠੀਕ ਹੈ। ਜੇ BJP ਸਰਕਾਰ ਹੈ ਤਾਂ BJP ਦੇ ਹੀ ਬੰਦੇ ਹੋਣਗੇ। ਜੋ ਰਾਈਟ ਵਿੰਗ ਆਪਾਂ ਕਹਿ ਦਿੰਦੇ ਹਾਂ, ਸੈਫਰਨਾਈਜੇਸ਼ਨ ਕਹਿ ਦਿੰਦੇ ਹਾਂ, ਤਾਂ ਸਾਰਾ ਕੁਝ BJP ਦੇ ਅਕੋਰਡਿੰਗ ਹੀ ਹੋਊਗਾ, ਓਬਵੀਅਸਲੀ ਗੱਲ ਹੈ, ਠੀਕ ਹੈ। ਇੱਥੇ ਰਾਜੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਪੋਸੀਬਲ ਹੀ ਕਿ ਪੋਲੀਟੀਕਲ ਹੋਮੋਜੈਨਿਟੀ ਨਾ ਹੋਵੇ। ਰੀਜ਼ਨ ਕੀ ਹੈ ਬੱਚੇ, ਰੀਜ਼ਨ ਕੀ ਹੈਗਾ, ਕਿਉਂਕਿ ਜਦੋਂ ਪ੍ਰੈਜ਼ੀਡੈਂਟ ਨੇ ਆਪਣੇ ਸੈਕਟਰੀਜ਼ ਚੁਣਨੇ ਨੇ ਬੱਚੇ ਤਾਂ ਉਹ ਸੈਕਟਰੀਜ਼ ਕੀ ਪਤਾ ਕਿਹੜੀ ਆਈਡੀਓਲੋਜੀ ਦੇ ਹੋਣ ਬੱਚੇ, ਠੀਕ ਹੈ। ਇੱਥੇ ਫਰਕ ਨਹੀਂ ਪੈਂਦਾ ਹੈਗਾ, ਤਾਂ ਇੱਥੇ ਜਿਹੜੀ ਪੋਲੀਟੀਕਲ ਹੋਮੋਜੈਨਿਟੀ ਪੋਸੀਬਲ ਹੀ ਨਹੀਂ ਹੋਊਗੀ। ਵੈਸੇ ਚਾਂਸਿਸ ਨੇ ਕਿ ਹੁੰਦੇ ਨੇਗੇ, ਬਟ ਇੱਥੇ ਹੋ ਸਕਦਾ ਨਾ ਹੋਵੇ। ਜਿਹੜੀ ਆਪਣੀ ਸਿਸਟਮ ਹੈ ਇਹਦੇ ਵਿੱਚ ਡੈਫੀਨਿਟਲੀ ਹੋਊਗੀ ਹੀ ਹੋਊਗੀ, ਠੀਕ ਹੈ। ਡੈਫੀਨਿਟਲੀ ਇੱਕੋ ਆਈਡੀਓਲੋਜੀ ਦੇ ਬੰਦੇ ਹੋਣਗੇ, ਠੀਕ ਹੈ ਜੀ। ਆਪਣੇ ਸਿਸਟਮ ਵਿੱਚ ਕੀ ਹੈ ਜੀ, ਡਬਲ ਮੈਂਬਰਸ਼ਿਪ ਹੈਗੀ। ਆਪਣੇ ਜਿਹੜੇ MPs ਨੇ ਉਹ ਐਗਜ਼ੀਕਿਊਟਿਵ ਵੀ ਹੈਗੇ ਨੇ ਔਰ ਲੈਜਿਸਲੇਚਰ ਦੇ ਵੀ ਪਾਰਟ ਨੇਗੇ, ਠੀਕ ਹੈ, ਇਹ ਚੀਜ਼ ਹੈਗੀ। ਬਟ ਉੱਥੇ ਬੱਚੇ ਸਿੰਗਲ ਮੈਂਬਰਸ਼ਿਪ ਹੈ। ਜੇ ਕੋਈ ਬੰਦਾ ਐਗਜ਼ੀਕਿਊਟਿਵ ਦਾ ਪਾਰਟ ਹੈ
ਜੇ ਉਹਨਾਂ ਦਾ ਸੈਕਟਰੀ ਹੈ ਤਾਂ ਉਹ ਲੈਜਿਸਲੇਚਰ ਦਾ ਪਾਰਟ ਨਹੀਂ ਹੋ ਸਕਦਾ। ਜੇ ਕੋਈ ਲੈਜਿਸਲੇਚਰ ਦੇ ਵਿੱਚ ਹੈ ਬੱਚੇ, ਉਹ ਐਗਜ਼ੀਕਿਊਟਿਵ ਵਿੱਚ ਨਹੀਂ ਹੋ ਸਕਦਾ, ਠੀਕ ਹੈ। ਤਾਂ ਕੰਪਲੀਟ ਸੈਪਰੇਸ਼ਨ ਆਫ ਪਾਵਰ ਹੈਗੀ, ਕੰਪਲੀਟ ਸੈਪਰੇਸ਼ਨ ਆਫ ਪਾਵਰ ਹੈ। ਬਟ ਆਪਣੇ ਕੇਸ ਦੇ ਵਿੱਚ ਬੱਚੇ ਕੀ ਹੈ, ਫਿਊਜ਼ਨ ਆਫ ਪਾਵਰ ਹੈ ਜਾਂ ਫਿਰ ਓਵਰਲੈਪ ਆਫ ਪਾਵਰਸ ਹੈਗਾ, ਠੀਕ ਹੈ। ਆਪਣੀ ਕੀ ਹੈ ਬੱਚੇ, ਲੀਡਰਸ਼ਿਪ ਆਫ PM ਹੈਗੀ। ਓਬਵੀਅਸਲੀ ਸਾਡਾ ਦੇਸ਼ ਦੇ ਵਿੱਚ ਜੋ PM ਕਹਿੰਦਾ ਉਹੀ ਹੁੰਦਾ ਹੈਗਾ। ਬਟ ਰਾਜੇ ਅਮਰੀਕਾ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ PM ਦੀ, ਕਿ ਆਪਣੇ ਦੇਸ਼ ਦੇ ਵਿੱਚ ਸਾਰਾ ਕੰਮ PM ਕਰ ਰਿਹਾ, ਅਮਰੀਕਾ ਦੇ ਵਿੱਚ ਇਹ ਉਦੋਂ ਵੀ ਜ਼ਿਆਦਾ ਐਰੋਗੈਂਟ ਚੀਜ਼ ਹੈਗੀ, ਠੀਕ ਹੈ। ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਇੰਨਾ ਕੁ ਜ਼ਿਆਦਾ ਪਾਵਰਫੁਲ ਹੈ ਕਿ ਉਹਨੂੰ ਕਿਹਾ ਜਾਂਦਾ ਡੋਮੀਨੇਸ਼ਨ ਆਫ ਪ੍ਰੈਜ਼ੀਡੈਂਟ। ਆਪਾਂ ਤਾਂ ਕਹਿ ਰਹੇ ਬੱਚੇ ਲੀਡਰਸ਼ਿਪ ਆਫ PM, ਉਹ ਕਹਿੰਦੇ ਨੇ ਡੋਮੀਨੇਸ਼ਨ ਆਫ ਪ੍ਰੈਜ਼ੀਡੈਂਟ, ਠੀਕ ਹੈ। ਕਿਉਂਕਿ ਪ੍ਰੈਜ਼ੀਡੈਂਟ ਇੱਕ ਤਰ੍ਹਾਂ ਦਾ ਰੱਬ ਹੈ ਉੱਥੇ, ਉਹਨੂੰ ਨਾ ਤਾਂ ਕਿਸੇ ਨੂੰ ਜਵਾਬ ਦੇਣਾ ਹੈ। ਹੁਣ ਅਫਗਾਨਿਸਤਾਨ ਤੋਂ ਵਿਦਡਰੋ ਕਰ ਲੈ ਬੱਚੇ, ਠੀਕ ਹੈ, ਚਾਹੇ ਦੇਸ਼ ਦੁਨੀਆ ਭਰ 'ਚ ਉਹਨਾਂ ਦੀ ਨਿੰਦਾ ਹੋ ਰਹੀ ਹੈ ਜੋ ਬਾਈਡਨ ਦੀ, ਬਟ ਉਹ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਰਾਜੇ। ਪ੍ਰੈਜ਼ੀਡੈਂਟ ਨੇ ਡਿਸੀਜਨ ਲੈ ਲਿਆ, ਠੀਕ ਹੈ, ਕੋਈ ਜਵਾਬਦੇਹੀ ਨਹੀਂ ਹੈਗੀ। ਆਪਣੇ ਕੇਸ ਵਿੱਚ ਹੋ ਸਕਦਾ ਸੀ ਪ੍ਰਧਾਨ ਮੰਤਰੀ ਨੂੰ ਇਸਤੀਫਾ ਦੇਣਾ ਪੈ ਜਾਂਦਾ, ਠੀਕ ਹੈ, ਵੀ ਹਾਂਜੀ ਇੰਨੀ ਨਿੰਦਾ ਹੋ ਰਹੀ ਹੈ, BJP ਦੇ ਆਪਦੇ ਬੰਦੇ ਹੀ ਉਹਨੂੰ ਨਿੰਦਾ ਕਰਨ ਲੱਗ ਜਾਂਦੇ, ਠੀਕ ਹੈ। ਤਾਂ ਜੇ BJP ਦੇ ਆਪਣੇ ਬੰਦੇ ਨਿੰਦਾ ਕਰਨ ਲੱਗ ਜਾਂਦੇ, ਹੋ ਸਕਦਾ ਪ੍ਰਧਾਨ ਮੰਤਰੀ ਨੂੰ ਇਸਤੀਫਾ ਦੇਣਾ ਪੈ ਜਾਂਦਾ। ਬਟ ਅਮਰੀਕਾ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ, ਠੀਕ ਹੈ, ਕਿਉਂਕਿ ਕੋਈ ਰਿਸਪੌਂਸਿਬਿਲਿਟੀ ਨਹੀਂ ਹੈਗੀ। ਉਹ ਰੱਬ ਹੈ, ਰੱਬ ਜੋ ਮਰਜ਼ੀ ਕਰ ਸਕਦਾ, ਇਹ ਆਪਾਂ ਯਾਦ ਰੱਖਾਂਗੇ, ਠੀਕ ਹੈ ਜੀ। ਆਪਣੇ ਕੇਸ ਦੇ ਵਿੱਚ ਬੱਚੇ ਕੀ ਹੈ, ਡਿਸੋਲੂਸ਼ਨ ਆਫ ਲੋਅਰ ਹਾਊਸ ਹੈ, ਲੋਕ ਸਭਾ ਨੂੰ ਡਿਸੋਲਵ ਕੀਤਾ ਜਾ ਸਕਦਾ ਹੈ। ਬਟ ਉੱਥੇ ਅਮਰੀਕਾ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਪ੍ਰੈਜ਼ੀਡੈਂਟ, ਕਿਉਂਕਿ ਦੇਖੋ ਆਪਣਾ ਐਗਜ਼ੀਕਿਊਟਿਵ ਕੌਣ ਹੈ ਬੱਚੇ, ਪ੍ਰੈਜ਼ੀਡੈਂਟ ਹੈਗਾ, ਠੀਕ ਹੈ, ਔਰ ਲੈਜਿਸਲੇਚਰ ਕੌਣ ਹੈ ਬੱਚੇ, ਕਾਂਗਰਸ ਹੈਗੀ ਹੈ, ਠੀਕ ਹੈ। ਤਾਂ ਕਿਉਂਕਿ ਬਿਲਕੁਲ ਸੈਪਰੇਟ ਨੇ, ਦੋਨੋਂ ਸੈਪਰੇਟ ਨੇ, ਦੈਟ ਇਜ਼ ਵਾਈ ਪ੍ਰੈਜ਼ੀਡੈਂਟ ਕੋਲ ਕੋਈ ਅਥੋਰਿਟੀ ਨਹੀਂ ਹੈਗੀ, ਕੋਈ ਅਥੋਰਿਟੀ ਨਹੀਂ ਹੈਗੀ ਕਿ ਕਾਂਗਰਸ ਨੂੰ ਡਿਸੋਲਵ ਕਰ ਦੇ। ਨਹੀਂ, ਇੱਦਾਂ ਕੁਝ ਵੀ ਨਹੀਂ ਕਰ ਸਕਦਾ, ਪ੍ਰੈਜ਼ੀਡੈਂਟ ਨਹੀਂ ਕਰ ਸਕਦਾ, ਠੀਕ ਹੈ, ਕੈਨ ਨਾਟ ਡਿਸੋਲਵ ਦਾ ਲੋਅਰ ਹਾਊਸ। ਬਟ ਕਿਉਂਕਿ ਆਪਣੇ ਕੇਸ ਦੇ ਵਿੱਚ ਜਿਹੜਾ ਆਪਣਾ ਪ੍ਰਧਾਨ ਮੰਤਰੀ ਹੈ ਉਹ ਇਸੇ ਲੈਜਿਸਲੇਚਰ ਦਾ ਹੀ ਪਾਰਟ ਹੈ, ਤਾਂ ਆਪਾਂ ਕਹਿ ਸਕਦੇ ਹਾਂ ਵੀ ਪ੍ਰਧਾਨ ਮੰਤਰੀ ਇਸ ਲੈਜਿਸਲੇਚਰ ਨੂੰ ਜਾਂ ਲੋਕ ਸਭਾ ਨੂੰ ਕਦੇ ਵੀ ਡਿਸੋਲਵ ਕਰਵਾ ਸਕਦਾ ਹੈਗਾ, ਠੀਕ ਹੈ, ਕਰਵਾ ਸਕਦਾ ਹੈਗਾ, ਬਿਲਕੁਲ ਕਰਵਾ ਸਕਦਾ ਹੈ, ਇੱਥੇ ਨਹੀਂ ਕਰਵਾ ਸਕਦਾ, ਠੀਕ ਹੈ ਜੀ। ਹੁਣ ਹਰ ਸਿਸਟਮ ਦੇ ਬੱਚੇ ਕੁਝ ਫਾਇਦੇ ਹੁੰਦੇ ਨੇ, ਕੁਝ ਨੁਕਸਾਨ ਹੁੰਦੇ ਨੇ, ਓਬਵੀਅਸਲੀ ਗੱਲ ਹੈ, ਠੀਕ ਹੈ। ਤਾਂ ਜੇ ਅਗਰ ਪਾਰਲੀਮੈਂਟ ਸਿਸਟਮ ਦੀ ਗੱਲ ਕਰੀਏ ਆਪਾਂ, ਆਪਣੇ ਸਿਸਟਮ ਦੀ, ਤਾਂ ਆਪਣੇ ਸਿਸਟਮ ਦੇ ਕੀ ਫਾਇਦੇ ਨੇ ਬੱਚੇ, ਔਰ ਉਹਦੇ ਅਗੇਂਸਟ ਹੀ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਕੀ ਨੁਕਸਾਨ ਨੇਗੇ, ਡੀਮੈਰਿਟਸ ਕੀ ਨੇਗੇ, ਤੇ ਉਹ ਪੜ੍ਹ ਲੈਣੇ ਆਪਾਂ। ਹੁਣ ਦੇਖੋ ਆਪਾਂ ਦੇਖ ਰਹੇ ਹਾਂ ਕਿ ਆਪਣਾ ਜਿਹੜਾ ਐਗਜ਼ੀਕਿਊਟਿਵ ਹੈ, ਸਰਕਾਰ ਹੈ, ਉਹ ਲੈਜਿਸਲੇਚਰ ਦਾ ਹੀ ਪਾਰਟ ਹੈਗਾ, ਠੀਕ ਹੈ। ਦੈਟ ਇਜ਼ ਵਾਈ ਕਿ ਆਪਣੇ ਲੈਜਿਸਲੇਚਰ ਅਤੇ ਐਗਜ਼ੀਕਿਊਟਿਵ ਦੇ ਵਿੱਚ ਹਮੇਸ਼ਾ ਹਾਰਮਨੀ ਬਣੀ ਰਹਿੰਦੀ ਹੈ, ਠੀਕ ਹੈ, ਕਿਉਂਕਿ ਸੇਮ ਹੀ ਬੰਦੇ ਨੇ ਬੱਚੇ, ਠੀਕ ਹੈ, ਤਾਂ ਕੋਈ ਕੌਨਫਲਿਕਟ ਹੋਣ ਦਾ ਕੋਈ ਜ਼ਿਆਦਾ ਚਾਂਸਿਸ ਨਹੀਂ ਹੈਗੇ। ਅਮਰੀਕਾ ਦੇ ਵਿੱਚ ਕਿਉਂਕਿ ਦੋਨੇ ਸੈਪਰੇਟ ਬੈਠਦੇ ਨੇ, ਐਗਜ਼ੀਕਿਊਟਿਵ ਅਲੱਗ ਬੈਠਦਾ ਹੈ, ਲੈਜਿਸਲੇਚਰ ਅਲੱਗ ਬੈਠਦਾ ਹੈਗਾ, ਤਾਂ ਉਹਨਾਂ ਦੇ ਵਿੱਚ ਕੌਨਫਲਿਕਟ ਹੋਣ ਦੇ ਬੜੇ ਚਾਂਸ ਹੁੰਦੇ ਨੇ, ਠੀਕ ਹੈ, ਕਿ ਪ੍ਰੈਜ਼ੀਡੈਂਟ ਕੁਝ ਹੋਰ ਕਹਿ ਰਿਹਾ ਅਤੇ ਕਾਂਗਰਸ ਕੁਝ ਹੋਰ ਕਹਿ ਰਹੀ ਹੈ, ਤਾਂ ਉਹਦੇ ਵਿੱਚ ਹਾਰਮਨੀ ਹੋਣ ਦੇ ਚਾਂਸਿਸ ਘੱਟ ਨੇਗੇ। ਆਪਣੇ ਵਿੱਚ ਇਹ ਚੀਜ਼ ਵਧੀਆ ਕਿ ਆਪਣੀ ਹਾਰਮਨੀ ਬਣੀ ਰਹਿੰਦੀ ਹੈਗੀ। ਆਪਣੀ ਰਾਜੇ ਫਾਇਦਾ ਕੀ ਹੈ, ਰਿਸਪੌਂਸੀਬਲ ਗਵਰਨਮੈਂਟ ਹੈ, ਜਿਵੇਂ ਆਪਾਂ ਹੁਣੀ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਜਵਾਬ ਦੇ ਨਹੀਂ ਹਰ ਛੋਟੀ ਵੱਡੀ ਗੱਲ ਵਾਸਤੇ। ਬਟ ਅਮਰੀਕਾ ਦੇ ਵਿੱਚ ਉਹਨਾਂ ਦਾ ਰਾਸ਼ਟਰਪਤੀ ਰਾਜੇ ਨੋਨ ਰਿਸਪੌਂਸੀਬਲ ਹੈ, ਨਾ ਤਾਂ ਰਾਸ਼ਟਰਪਤੀ ਦਾ ਸੈਕਟਰੀ ਨਾ ਰਾਸ਼ਟਰਪਤੀ ਖੁਦ ਕਿਸੇ ਨੂੰ ਜਵਾਬ ਦੇ ਹੈਗਾ, ਠੀਕ ਹੈ, ਤਾਂ ਉੱਥੇ ਨੋਨ ਰਿਸਪੌਂਸੀਬਲ ਗਵਰਨਮੈਂਟ ਹੈਗੀ ਹੈ, ਡੀਮੈਰਿਟ ਹੈ ਇਹ ਉਹਨਾਂ ਦਾ ਸਿਸਟਮ ਦਾ। ਆਪਣੇ ਕੇਸ ਦੇ ਵਿੱਚ ਕੀ ਹੈ ਬੱਚੇ, ਡੈਸਪੋਟਿਜ਼ਮ ਹੋਣ ਦੇ ਘੱਟ ਚਾਂਸਿਸ ਨੇ। ਡੈਸਪੋਟਿਜ਼ਮ ਮਤਲਬ ਕੀ ਹੈ ਵੀ ਕੋਈ ਇਕੱਲਾ ਬੰਦਾ ਹੀ ਸਾਰਾ ਕੁਝ ਕਰਨ ਲੱਗ ਜਾਏ, ਠੀਕ ਹੈ, ਹਾਲਾਂਕਿ ਰਿਐਲਿਟੀ ਦੇ ਵਿੱਚ ਕੁਝ ਆਪਾਂ ਨੂੰ ਲੱਗ ਰਿਹਾ ਵੀ ਹਾਂ ਹੋ ਰਹੀ ਹੈ ਇਹ ਚੀਜ਼, ਬਟ ਸਟਿਲ ਇੱਕ ਜਗ੍ਹਾ ਸੰਸਥਾ ਦੇ ਤੌਰ 'ਤੇ ਦੇਖਦੇ ਆਪਾਂ, ਇੱਕ ਇੰਸਟੀਟਿਊਸ਼ਨ ਦੇ ਬੇਸ 'ਤੇ ਦੇਖਦੇ ਹਾਂ, ਤਾਂ ਆਪਣੇ ਜਿਹੜੇ ਇੰਸਟੀਟਿਊਸ਼ਨ ਕਾਫੀ ਸਟਰੋਂਗ ਨੇਗੇ। ਕਿਸੇ ਇੱਕ ਬੰਦੇ ਦੇ ਚੇਂਜ ਹੋਣ ਨਾਲ ਆਪਣੇ ਜਿਹੜੇ ਸੰਸਥਾਵਾਂ ਨੇ ਚੇਂਜ ਨਹੀਂ ਹੋ ਰਹੀਆਂ ਹੈਗੀਆਂ। ਆਪਣਾ ਸਿਸਟਮ ਉੱਦਾਂ ਦਾ ਹੀ ਬਣਿਆ ਹੋਇਆ ਹੈਗਾ, ਠੀਕ ਹੈ, ਮੋਦੀ ਆਊਗਾ ਜਾਊਗਾ, ਪ੍ਰਧਾਨ ਮੰਤਰੀ ਬਦਲੂਗਾ ਕਰੂਗਾ, ਠੀਕ ਹੈ, ਫਰਕ ਨਹੀਂ ਪੈਂਦਾ। ਬਟ ਆਪਣੇ ਜਿਹੜਾ ਸਿਸਟਮ ਹੈ ਬੱਚੇ ਉਹੀ ਹੈਗਾ, ਠੀਕ ਹੈ, ਤਾਂ ਆਪਣੇ ਸਿਸਟਮ ਦੇ ਵਿੱਚ ਡੈਸਪੋਟਿਜ਼ਮ ਦੀ ਕੋਈ ਜਗ੍ਹਾ ਨਹੀਂ ਹੈਗੀ। ਬਟ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਅਮਰੀਕਾ ਦੇ ਵਿੱਚ ਆਪਾਂ ਕਹਿ ਰਹੇ ਕਿ ਉਹ ਰੱਬ ਇੱਕ ਤਰ੍ਹਾਂ ਦਾ, ਤਾਂ ਰੱਬ ਕੁਝ ਵੀ ਕਰ ਸਕਦਾ ਓਬਵੀਅਸਲੀ ਬੱਚੇ, ਠੀਕ ਹੈ, ਤਾਂ ਦੈਟ ਐਨੀ ਐਰੋਗੈਂਸ ਐਨੀ ਡੋਮੀਨੇਸ਼ਨ ਮੇ ਲੀਡ ਟੂ ਆਟੋਕ੍ਰੇਸੀ। ਆਟੋਕ੍ਰੇਸੀ ਮਤਲਬ ਅਗੇਨ ਆਲਮੋਸਟ ਡੈਸਪੋਟਿਜ਼ਮ ਹੀ ਹੁੰਦੀ ਹੈ, ਠੀਕ ਹੈ, ਵੀ ਇਕੱਲਾ ਬੰਦਾ ਕੀ ਹੈ ਕੁਛ ਮਰਜ਼ੀ ਕਰ ਰਿਹਾ ਆਪਣਾ, ਠੀਕ ਹੈ, ਇਹ ਚੀਜ਼ ਹੈ। ਤਾਂ ਉੱਥੇ ਚਾਂਸਿਸ ਹੈਗੇ ਨੇ, ਆਪਣੇ ਚਾਂਸਿਸ ਘੱਟ ਨੇਗੇ, ਕਿਉਂਕਿ ਆਪਣੀ ਕੀ ਆਪਣੀ ਰਿਸਪੌਂਸੀਬਲ ਗਵਰਨਮੈਂਟ ਹੈ। ਜੇ ਜ਼ਿਆਦਾ ਤਾਨਾਸ਼ਾਹ ਬਣਨ ਦੀ ਕੋਸ਼ਿਸ਼ ਕਰੂ ਮੋਦੀ ਸਾਹਿਬ, ਤਾਂ ਹੋ ਸਕਦਾ ਕੱਲ੍ਹ ਨੂੰ ਲੋਕ ਸਭਾ ਉਹਨਾਂ ਦੀ ਡਿਸੋਲਵ ਕਰਾ, ਉਹਨਾਂ ਨੂੰ ਕੀ ਹੈ ਰਿਜ਼ਾਈਨ ਕਰਨ ਦੇ ਮਜਬੂਰ ਕਰਦੇ, ਠੀਕ ਹੈ। ਤਾਂ ਬਟ ਕਿਉਂਕਿ ਅਮਰੀਕਾ ਦੇ ਵਿੱਚ ਇਹੋ ਜਿਹਾ ਕੋਈ ਸਿਸਟਮ ਹੈ ਨਹੀਂਗਾ, ਤਾਂ ਉਹ ਆਟੋਕ੍ਰੇਸੀ ਦੇ ਉੱਪਰ ਉਤਰ ਸਕਦਾ ਹੈਗਾ, ਠੀਕ ਹੈ। ਡੋਨਲਡ ਟਰੰਪ ਦੇ ਕੇਸ 'ਚ ਆਪਣੇ ਕਾਫੀ ਚੀਜ਼ਾਂ ਇਹ ਦੇਖਣ ਨੂੰ ਮਿਲੀਆਂ ਨੇਗੀਆਂ, ਠੀਕ ਹੈ ਜੀ। ਚਲੋ, ਤਾਂ ਆਪਣੀ ਮੈਰਿਟ ਕੀ ਹੈ ਬੱਚੇ, ਆਪਣੀ ਵਾਈਡਰ ਰਿਪਰੈਜ਼ੈਂਟੇਸ਼ਨ ਹੈ। ਹੁਣ ਦੇਖੋ ਬੱਚੇ ਰੀਸੈਂਟਲੀ ਕੈਬਨਿਟ ਰੀਸ਼ਫਲ ਹੋਇਆ ਸੀਗਾ, ਠੀਕ ਹੈ, ਮੰਤਰੀ ਚੇਂਜ ਹੋਏ ਨੇਗੇ ਹਰ, ਠੀਕ ਹੈ। ਹੁਣ ਇੱਕ ਪ੍ਰਧਾਨ ਮੰਤਰੀ ਇੱਕ ਲੀਡਰ ਹੋਣ ਦੇ ਨਾਤੇ ਬੱਚੇ ਕੀ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਉਹਦੀ ਸਰਕਾਰ ਹੈ, ਇਸ ਅਲੀ ਬਾਬਾ ਦੇ ਜਿਹੜੇ 40 ਚੋਰ ਨੇਗੇ, ਉਹ ਕੀ ਹੁੰਦਾ ਬੱਚੇ, ਉਹ ਕੀ ਕੋਸ਼ਿਸ਼ ਕਰਦੇ ਨੇਗੇ ਕਿ ਵਾਈਡ ਤੋਂ ਵਾਈਡ ਕਿ ਉਹਦੇ ਵਿੱਚ SCs ਵੀ ਆਉਣ, STs ਵੀ ਆਉਣ, OBCs ਵੀ ਆਉਣ, ਵਿਮਨ ਵੀ ਆਉਣ, ਟਰਾਈਬਲਸ ਵੀ ਆਉਣ, ਠੀਕ ਹੈ, ਹਰ ਛੋਟਾ ਮੋਟਾ ਕੋਈ ਬਲੈਕ ਵੀ ਆਵੇ, ਵਾਈਟ ਵੀ ਆਵੇ, ਠੀਕ ਹੈ, ਸਾਊਥ ਤੋਂ ਵੀ ਆਉਣ, ਨੌਰਥ ਤੋਂ ਵੀ ਆਉਣ, ਨੌਰਥ ਈਸਟ ਤੋਂ ਵੀ ਆਉਣ, ਠੀਕ ਹੈ, ਛੋਟਾ ਵੀ ਆਵੇ, ਵੱਡਾ ਵੀ ਆਵੇ, ਯੂਥ ਵੀ ਆਉਣ, ਸਿਟੀਜ਼ਨ ਵੀ, ਸੀਨੀਅਰ ਸਿਟੀਜ਼ਨ ਵੀ ਆਉਣ। ਤਾਂ ਪ੍ਰਧਾਨ ਮੰਤਰੀ ਕੋਸ਼ਿਸ਼ ਕਰਦਾ ਬੱਚੇ ਸੋਸਾਇਟੀ ਦੇ ਆਲਮੋਸਟ ਜਿੰਨੇ ਪੋਸੀਬਲ ਨੇ ਉਹਨੇ ਮੈਕਸੀਮਮ ਤੋਂ ਮੈਕਸੀਮਮ ਜਿਹੜੇ ਆਪਣੇ ਸੈਕਸ਼ਨਸ ਨੇ
ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੀ ਕੋਸ਼ਿਸ਼ ਕਰਦਾ ਦੇਣ ਦੀ, ਠੀਕ ਹੈ, ਵੀ ਸਰਕਾਰ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੋਣ, ਹਰ ਤਰ੍ਹਾਂ ਦੇ ਬੰਦੇ ਕੀ ਹੈ ਮਿਨਿਸਟਰਸ ਬਣਨ, ਠੀਕ ਹੈ। ਉਹਦੇ ਨਾਲ ਕੀ ਹੈ ਬੱਚੇ, ਇੱਕ ਤਾਂ ਦੇਖੋ ਪੋਲੀਟੀਕਲ ਬੈਨੀਫਿਟ ਹੈ ਵੀ ਜੇ ਤੁਸੀਂ OBC ਦੇ ਮਿਨਿਸਟਰ ਵੱਧੋ ਵੱਧ ਬਣਾਤੇ ਤਾਂ ਉਹਦੇ ਨਾਲ ਕੀ ਹੋਊਗਾ, UP ਦੇ ਵਿੱਚ ਇਲੈਕਸ਼ਨ ਜਿਹੜੇ ਹੋਣ ਵਾਲੇ ਉਹ 'ਚ ਫਾਇਦਾ ਹੋਊਗਾ, ਠੀਕ ਹੈ। ਅਗਰ SC ST ਬਣਾਤੇ ਉੱਥੇ UP ਦੇ ਵਿੱਚ ਇਲੈਕਸ਼ਨ ਦੇ ਵਿੱਚ ਫਾਇਦਾ ਹੋਊਗਾ, ਠੀਕ ਹੈ। ਤਾਂ ਮਤਲਬ ਜਿੰਨੀ ਵਾਈਡਰ ਰਿਪਰੈਜ਼ੈਂਟੇਸ਼ਨ ਦੇਵਾਂਗੇ, ਪਹਿਲੀ ਗੱਲ ਤਾਂ ਪੋਲੀਟੀਕਲ ਫਾਇਦਾ ਹੁੰਦਾ, ਦੂਜੀ ਗੱਲ ਬੱਚੇ ਸੋਸ਼ਲ ਫਾਇਦਾ ਵੀ ਹੈਗਾ, ਓਬਵੀਅਸ ਗੱਲ ਹੈ। ਜੇ ਆਪਾਂ ਜਿਹੜੇ ਪਿਛਲੀਆਂ ਜਾਤੀਆਂ ਨੇ ਉਹਨਾਂ ਨੂੰ ਅੱਗੇ ਆਉਣ ਦੇਵਾਂਗੇ ਤਾਂ ਹੀ ਉਹਨਾਂ ਦੀ ਡਿਵੈਲਪਮੈਂਟ ਹੋਊਗੀ, ਠੀਕ ਹੈ। ਤਾਂ ਇੱਥੇ ਵੀ ਆਪਾਂ ਨੂੰ ਕੀ ਹੈ ਜੀ ਵਾਈਡਰ ਰਿਪਰੈਜ਼ੈਂਟੇਸ਼ਨ ਕਰਨ ਦਾ ਮੌਕਾ ਮਿਲਦਾ, ਕਿੱਥੇ ਜੀ ਆਪਣੇ ਸਿਸਟਮ ਦੇ ਵਿੱਚ। ਬਟ ਅਮਰੀਕਾ ਦੇ ਵਿੱਚ ਕੀ ਹੈ ਬੱਚੇ, ਬੜੀ ਹੀ ਨੈਰੋ ਰਿਪਰੈਜ਼ੈਂਟੇਸ਼ਨ ਹੁੰਦੀ ਆ। ਰੀਜ਼ਨ ਕੀ ਮਤਲਬ ਹੈ ਬੱਚੇ, ਹੁਣ ਜਦੋਂ ਪ੍ਰੈਜ਼ੀਡੈਂਟ ਨੇ ਆਪਣੀ ਟੀਮ ਖੁਦ ਚੁਣਨੀ ਹੈ, ਹੁਣ ਜੇ ਆਪਾਂ ਗੱਲ ਕਰੀਏ ਡੋਨਲਡ ਟਰੰਪ ਦੀ, ਤਾਂ ਡੋਨਲਡ ਟਰੰਪ ਬੱਚੇ ਕੀ ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਆਪਣਾ ਡਿਫੈਂਸ ਸੈਕਟਰੀ ਕਿਸੇ ਮੁਸਲਮਾਨ ਨੂੰ ਬਣਾ ਦੂਗਾ? ਤੁਸੀਂ ਇਮੈਜਿਨ ਕਰ ਸਕਦੇ ਹੋ ਚੀਜ਼? ਬਿਲਕੁਲ ਵੀ ਨਹੀਂ, ਠੀਕ ਹੈ। ਜੋ ਬਾਈਡਨ ਹੋ ਸਕਦਾ ਬਟ ਡੋਨਲਡ ਟਰੰਪ ਕਦੇ ਵੀ ਕਿਸੇ ਮੁਸਲਮਾਨ ਨੂੰ, ਜਾਂ ਮਤਲਬ ਪੋਸੀਬਲੀ ਹੋ ਸਕਦਾ ਕੋਈ ਨਾ ਕੋਈ ਉਹਦੇ ਵਿੱਚ, ਬਟ ਜਿਵੇਂ ਜੇ ਉਹਦੀ ਛਵੀ ਹੈਗੀ ਹੈ ਤਾਂ ਬੜੇ ਘੱਟ ਚਾਂਸ ਨੇ ਕੋਈ ਮੁਸਲਿਮ ਜਿਹੜਾ ਕੀ ਹੈ ਉਹਦੀ ਸੈਕਟਰੀ ਬਣ ਸਕਦਾ, ਠੀਕ ਹੈ। ਇਕੱਲਾ ਮੁਸਲਿਮ ਹੀ ਨਹੀਂ, ਬਲੈਕ ਵੀ, ਈਵਨ ਕੋਈ ਜਿਹੜਾ ਅਫਰੀਕਨ ਓਰੀਜਨ ਦਾ ਬੰਦਾ ਹੈ ਉਹ ਵੀ ਬੜੇ ਘੱਟ ਚਾਂਸਿਸ ਨੇ ਕਿ ਉਹਦੀ ਸਰਕਾਰ ਦੇ ਵਿੱਚ ਹੋਊਗਾ, ਠੀਕ ਹੈ। ਹਾਲਾਂਕਿ ਹੈਗੇ ਸੀ ਬਲੈਕਸ ਕਈ ਸੀਗੇ ਬਟ ਬੜੇ ਮਿਨੀਮਮ ਸੀਗੇ, ਠੀਕ ਹੈ। ਅੱਜ ਜੇ ਜੋ ਬਾਈਡਨ ਦੀ ਆਪਾਂ ਗੱਲ ਕਰੀਏ, ਜੋ ਬਾਈਡਨ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਸੈਕਟਰੀਜ਼ ਰਾਜੇ ਵਿਮਨ ਵੀ ਬਹੁਤ ਨੇਗੀਆਂ, ਸਾਊਥ ਏਸ਼ੀਅਨਸ ਵੀ ਬਹੁਤ ਨੇ, ਠੀਕ ਹੈ, ਏਸ਼ੀਅਨਸ ਵੀ ਬਹੁਤ ਨੇਗੇ, ਠੀਕ ਹੈ, ਔਰ ਬਲੈਕਸ ਵੀ ਬਹੁਤ ਨੇਗੇ, ਈਵਨ ਵਿਮਨ ਵੀ ਬਹੁਤ ਨੇ। ਤਾਂ ਜੋ ਬਾਈਡਨ ਨੇ ਕੀ ਕੋਸ਼ਿਸ਼ ਕੀਤੀ ਹੈ ਵੀ ਹਾਂਜੀ ਆਪਾਂ ਵੱਧੋ ਵੱਧ ਲੈਣੇ ਨੇ, ਬਟ ਆਪਾਂ ਦੇਖ ਪਾ ਰਹੇ ਹਾਂ ਟਰੰਪ ਨੇ ਨਹੀਂ ਕੀਤੀ। ਤਾਂ ਮਤਲਬ ਇੱਥੇ ਨੈਰੋ ਰਿਪਰੈਜ਼ੈਂਟੇਸ਼ਨ ਹੋਣ ਦੇ ਕਾਫੀ ਚਾਂਸ ਨੇਗੇ, ਠੀਕ ਹੈ। ਤਾਂ ਡੋਨਲਡ ਟਰੰਪ ਕੀ ਸੋਚੂ ਵੀ ਮੈਂ ਤਾਂ ਸਿਰਫ ਵਾਈਟ ਬੰਦੇ ਹੀ ਲੈਣੇ ਨੇ, ਮੈਂ ਬਲੈਕਸ ਨਹੀਂ ਲੈਣੇ ਹੈਗੇ, ਠੀਕ ਹੈ। ਬਟ ਆਪਣੇ ਕੇਸ ਦੇ ਵਿੱਚ ਪ੍ਰਧਾਨ ਮੰਤਰੀ ਵੱਧੋ ਵੱਧ ਕੋਸ਼ਿਸ਼ ਕਰਦਾ ਕਿ ਵੱਧੋ ਵੱਧ ਸੈਕਸ਼ਨ ਨੂੰ ਆਪਾਂ ਰਿਪਰੈਜ਼ੈਂਟੇਸ਼ਨ ਦਈਏ ਸਰਕਾਰ ਦੇ ਵਿੱਚ, ਠੀਕ ਹੈ। ਤਾਂ ਇਹ ਆਪਣਾ ਫਾਇਦਾ ਹੈਗਾ। ਹੁਣ ਇਹ ਤਾਂ ਗੱਲ ਸੀ ਬੱਚੇ ਆਪਣੇ ਫਾਇਦਿਆਂ ਦੀ, ਉਹਨਾਂ ਦੇ ਨੁਕਸਾਨ ਦੀ। ਹੁਣ ਆਪਣੇ ਸਿਸਟਮ ਦੇ ਵਿੱਚ ਕੀ ਖਾਮੀਆਂ ਨੇ ਅਤੇ ਉਹਨਾਂ ਸਿਸਟਮ ਵਿੱਚ ਕੀ ਵਧੀਆ ਨੇਗੀਆਂ ਚੀਜ਼ਾਂ, ਇਹ ਪੜ੍ਹਦੇ ਆਪਾਂ। ਤਾਂ ਆਪਣੇ ਵਿੱਚ ਕੀ ਡੀਮੈਰਿਟਸ ਨੇ ਬੱਚੇ? ਸਭ ਤੋਂ ਵੱਡਾ ਡੀਮੈਰਿਟ ਹੈਗਾ ਬੱਚੇ ਆਪਣੀ ਅਨਸਟੇਬਲ ਗਵਰਨਮੈਂਟ ਹੈਗੀ ਆ। ਮਤਲਬ ਕੀ ਹੈ ਬੱਚੇ, ਹੁਣ ਹੀ ਕਹਿ ਰਹੇ ਆਪਾਂ ਕਿ ਜਦੋਂ ਤੱਕ PM ਕੋਲੇ ਮੈਜੋਰਿਟੀ ਹੈਗੀ ਹੈ 275 ਦਾ ਮੈਜਿਕ ਨੰਬਰ ਹੈਗਾ, ਉਦੋਂ ਤੱਕ ਤਾਂ ਬੱਚੇ ਆਪਣੀ ਜਿਹੜੀ ਸਰਕਾਰ ਬਣੀ ਰਹੇਗੀ। ਜਦੋਂ ਹੀ ਕਿਸੇ ਪਾਰਟੀ ਨੇ, ਕਿਸੇ ਛੋਟੀ ਮੋਟੀ ਪਾਰਟੀ ਨੇ ਸਮਰਥਨ ਵਾਪਸ ਲੈ ਲਿਆ, ਅਲਾਇੰਸ ਦੇ ਵਿੱਚੋਂ ਨਿਕਲ ਗਈ, ਠੀਕ ਹੈ। ਹੁਣ ਮੰਨ ਲਓ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਨੇ ਬੱਚੇ ਸਰਕਾਰ ਦੇ ਵਿੱਚੋਂ ਜਿਹੜਾ ਕੀ ਹੈ ਆਪਣਾ ਸਮਰਥਨ ਵਾਪਸ ਲਿਆ। ਹੁਣ ਤਾਂ BJP ਕੋਲ ਦੇਖੋ ਨੰਬਰ 303 ਨੇਗੇ, ਠੀਕ ਹੈ। ਤਾਂ ਕੋਈ ਫਰਕ ਨਹੀਂ ਪੈਂਦਾ, BJP ਰਾਜ ਹੈ ਇਸ ਟਾਈਮ 'ਤੇ। ਬਟ ਇਮੈਜਿਨ ਕਰੋ ਸਿਚੁਏਸ਼ਨ ਕਿ BJP ਕੋਲ 250 ਮੈਂਬਰ ਹੀ ਨੇਗੇ, ਠੀਕ ਹੈ, ਅਤੇ ਬਾਕੀ ਦੇ ਜਿਹੜੇ 25 ਮੈਂਬਰਸ ਨੇ 75 ਕਰਨ ਵਾਸਤੇ ਉਹਨੇ ਡਿਫਰੈਂਟ ਪਾਰਟੀਜ਼ ਨੂੰ ਇਕੱਠਾ ਕਰਕੇ ਗਠਬੰਧਨ ਕੀਤਾ ਹੋਏਗਾ। ਅਤੇ ਕੱਲ੍ਹ ਨੂੰ ਇਹ ਗਠਬੰਧਨ ਦੇ ਵਿੱਚੋਂ ਆਪਣੀ ਜਿਹੜੀ ਪਾਰਟੀਜ਼ ਨੇ ਸਮਰਥਨ ਵਾਪਸ ਲੈ ਲੈਂਦੀਆਂ ਨੇਗੀਆਂ, ਤਾਂ ਓਬਵੀਅਸਲੀ ਗੱਲ ਹੈ BJP ਕੋਲ ਸਿਰਫ 250 ਮੈਂਬਰ ਰਹਿ ਜਾਣਗੇ, ਠੀਕ ਹੈ। ਅਤੇ ਜੇ 250 ਰਹਿ ਗਏ ਬੱਚੇ ਤਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਊਗਾ, ਠੀਕ ਹੈ। ਤਾਂ ਮਤਲਬ ਕੀ ਹੈ, ਆਪਣੇ ਕੇਸ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਅਨਸਟੇਬਲ ਗਵਰਨਮੈਂਟ ਹੋਣ ਦੇ ਕਾਫੀ ਚਾਂਸਿਸ ਨੇਗੇ, ਠੀਕ ਹੈ। ਔਰ ਆਪਣੇ ਹਿਸਟਰੀ ਵਿੱਚ ਦੇਖਿਆ ਵੀ ਹੈ ਬੜੇ ਇੰਸਟੈਂਸਿਸ ਨੇ। ਇਹ ਤਾਂ ਸਿਰਫ ਹੁਣ ਮੋਦੀ ਸਰਕਾਰ ਆਉਣ ਤੋਂ ਬਾਅਦ ਹੋਇਆ 2014 ਤੋਂ ਬਾਅਦ ਕਿ ਜਿਹੜੀ ਮੈਜੋਰਿਟੀ ਅੱਛੀ ਆਉਣ ਲੱਗੀ, ਠੀਕ ਹੈ, ਵੀ ਸਰਕਾਰ ਨੂੰ ਕੋਈ ਡਰ ਨਹੀਂ ਹੈਗਾ ਵੀ ਮੈਨੂੰ ਸਮਰਥਨ ਵਾਪਸ ਲਿਆ ਜਾਊਗਾ, ਕਿਉਂਕਿ BJP ਕੋਲ ਆਪਣੇ ਕੋਲ ਇੰਨੇ ਨੰਬਰ ਨੇਗੇ। ਬਟ ਇਸ ਤੋਂ ਪਹਿਲਾਂ ਰਾਜੀ ਕਦੇ ਬੜਾ ਰੇਅਰ ਹੁੰਦਾ ਸੀਗਾ ਕਿ ਕਿਸੇ ਸਰਕਾਰ ਕੋਲ ਐਡੀ ਵੱਡੀ ਬਹੁਮਤ ਆਵੇ, ਠੀਕ ਹੈ। ਤਾਂ ਅਨਸਟੇਬਲ ਗਵਰਨਮੈਂਟ ਹੋਣ ਦੇ ਕਾਫੀ ਚਾਂਸਿਸ ਸੀਗੇ। ਉੱਥੇ ਹੀ ਰਾਜੀ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੈਰਿਟ ਕੀ ਹੈ, ਉਹਨਾਂ ਦੀ ਸਟੇਬਲ ਗਵਰਨਮੈਂਟ ਹੈ ਬੱਚੇ। ਇੱਕ ਵਾਰੀ ਰਾਸ਼ਟਰਪਤੀ ਚੁਣ ਲਿਆ ਤਾਂ 4 ਸਾਲ ਤੱਕ ਉਹ ਰਹਿਣਾ ਹੀ ਰਹਿਣਾ ਹੈਗਾ, 4 ਈਅਰ ਤੱਕ ਉਹ ਰਹੇਗਾ, ਠੀਕ ਹੈ। ਇਹ ਚੀਜ਼ ਹੈ, ਤਾਂ ਉੱਥੇ ਸਟੇਬਲ ਗਵਰਨਮੈਂਟ ਹੈਗੀ ਆ। ਆਪਾਂ ਗੱਲ ਕਰੀਏ ਬੱਚੇ ਆਪਣੀ, ਕਿਉਂਕਿ ਸਰਕਾਰਾਂ ਬੜੀਆਂ ਫਰੀਕੁਐਂਟਲੀ ਚੇਂਜ ਹੁੰਦੀਆਂ ਨੇਗੀਆਂ, ਤਾਂ ਕੋਈ ਕੰਟੀਨਿਊਟੀ ਇਨ ਪੋਲਿਸੀਜ਼ ਨਹੀਂ ਹੈਗੀ, ਠੀਕ ਹੈ। BJP ਕੁਛ ਕਰ ਰਹੀ ਹੈ ਬੱਚੇ, UPA ਗਵਰਨਮੈਂਟ ਕੁਛ ਕਰਕੇ ਗਈ ਸੀਗੀ, ਠੀਕ ਹੈ। ਕਿਉਂਕਿ ਆਪਾਂ ਦੇਖ ਪਾ ਰਹੇ ਹਾਂ ਜਿਹੜੀ UPA ਗਵਰਨਮੈਂਟ ਹੈ ਬਿਲਕੁਲ ਆਪਾਂ ਕਹਿ ਰਹੇ ਹਾਂ ਵੀ ਸੈਂਟਰ ਦੇ ਵਿੱਚ ਹੈ, ਔਰ ਜਿਹੜੀ ਆਪਣੀ NDA ਗਵਰਨਮੈਂਟ ਹੈ BJP ਉਹ ਰਾਈਟ ਦੇ ਵਿੱਚ ਹੈਗੀ, ਠੀਕ ਹੈ। ਜਿਹੜੀ ਆਮ ਆਦਮੀ ਪਾਰਟੀ ਉਹਦਾ ਵੀ ਕੋਈ ਪਤਾ ਨਹੀਂ ਕਿੱਥੇ ਜਾਏਗੀ ਹੈ। ਤਾਂ ਮਤਲਬ ਕੀ ਹੈ, ਕੋਈ ਕੰਟੀਨਿਊਟੀ ਨਹੀਂ ਹੈਗੀ ਪੋਲਿਸੀਜ਼ ਦੇ ਵਿੱਚ। ਕਦੇ ਜਿਹੜੀ ਵੀ ਆਈਡੀਓਲੋਜੀ ਸਰਕਾਰ ਆਉਂਦੀ ਹੈ ਉਸ ਤਰ੍ਹਾਂ ਹੀ ਪੋਲਿਸੀਜ਼ ਬਣਦੀਆਂ ਨੇਗੀਆਂ। ਬਟ ਅਮਰੀਕਾ ਦੇ ਵਿੱਚ ਚਾਹੇ ਰਾਜੇ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਅਲੱਗ-ਅਲੱਗ ਆਈਡੀਓਲੋਜੀ ਰੱਖਦੇ ਨੇ, ਬਟ ਉਹਨਾਂ ਦੀ ਇੱਕ ਆਈਡੀਓਲੋਜੀ ਸਿੰਪਲ ਹੈ ਬੱਚੇ, ਉਹ ਹੈਗੀ ਆ ਟੂ ਬੀ ਅਮੈਰੀਕਨ। ਉਹ ਅਮੈਰੀਕਨ ਨੇ ਬੱਚੇ, ਠੀਕ ਹੈ। ਚਾਹੇ ਦੁਨੀਆ ਵਾਸਤੇ ਉਹ ਅਲੱਗ-ਅਲੱਗ ਨੇਗੇ, ਬਟ ਜਦੋਂ ਉਹ ਗੱਲ ਕਰਦੇ ਨੇ ਅਮਰੀਕਾ ਦੀ ਤਾਂ ਉਹ ਇੱਕ ਨੇਗੇ, ਠੀਕ ਹੈ। ਅਮਰੀਕਾ ਦੇ ਪੱਖ ਤੋਂ ਬਿਨਾਂ ਉਹ ਕੋਈ ਹੋਰ ਗੱਲ ਕਰ ਹੀ ਨਹੀਂ ਸਕਦੇ ਹੈਗੇ। ਤਾਂ ਉਹਦੇ ਵਿੱਚ ਕੀ ਹੁੰਦਾ ਇਸ ਚੀਜ਼ ਨਾਲ, ਉਹਨਾਂ ਦੀ ਪੋਲਿਸੀਜ਼ ਦੇ ਵਿੱਚ ਬੜੀ ਡੈਫੀਨਿਟਨੈਸ ਹੁੰਦੀ ਹੈ, ਬੜੀ ਇੱਕ ਸਟੈਬਲਨੈਸ ਹੁੰਦੀ ਹੈ ਵੀ ਹਾਂਜੀ ਅਸੀਂ ਤਾਂ ਇੱਦਾਂ ਹੀ ਕਰਾਂਗੇ, ਠੀਕ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਉਹ ਹਮੇਸ਼ਾ ਅਮਰੀਕਾ ਦੀ ਹਿੱਤ ਦੀ ਗੱਲ ਕਰਨਗੇ। ਹੁਣ ਆਪਾਂ ਗੱਲ ਕਰੀਏ ਅਫਗਾਨਿਸਤਾਨ ਦੇ ਵਿੱਚ ਪੁੱਲ ਆਊਟ ਕਰਨ ਦੀ, ਤਾਂ ਡਿਸੀਜਨ ਕੀਤਾ ਸੀ ਬੱਚੇ ਇਹ ਸੀਗਾ ਡੋਨਲਡ ਟਰੰਪ ਦਾ, ਬਟ ਐਗਜ਼ੀਕਿਊਟ ਕਿਹਨੇ ਕੀਤਾ ਬੱਚੇ? ਜੋ ਬਾਈਡਨ ਨੇ ਕੀਤਾ, ਠੀਕ ਹੈ। ਹੋ ਸਕਦਾ ਹੈ ਜੇ ਡੋਨਲਡ ਟਰੰਪ ਇੱਥੇ ਰਹਿ ਜਾਂਦਾ ਤਾਂ ਹੋ ਸਕਦਾ ਇੰਨੀ ਜਲਦੀ ਪੁੱਲ ਆਊਟ ਕਰਦਾ ਹੀ ਨਾ ਉਹ, ਠੀਕ ਹੈ। ਦੇਖੋ ਰੌਲਾ ਕਿਹਨੇ ਪਾਇਆ ਸੀ ਪੁੱਲ ਆਊਟ ਕਰਨ ਦਾ? ਡੋਨਲਡ ਟਰੰਪ ਨੇ ਪਾਇਆ ਸੀਗਾ, ਠੀਕ ਹੈ। ਤਾਂ ਪੋਸੀਬਲ ਹੈ ਕਿ ਡੋਨਲਡ ਟਰੰਪ ਸ਼ਾਇਦ ਕਰਦਾ ਵੀ ਨਾ, ਬਟ ਕੀਤਾ ਕਿਹਨੇ? ਜੋ ਬਾਈਡਨ ਨੇ। ਐਸੀ ਹੀ ਜੀ ਸਰਕਾਰ ਨੇ, ਇਹ ਜੀ ਪਾਰਟੀ ਨੇ ਜੋ ਕਿ ਕਹਿੰਦੀ ਹੈ ਵੀ ਅਸੀਂ ਤਾਂ ਮਾਈਨੋਰਿਟੀਜ਼ ਦੀ ਹੈਲਪ ਕਰਦੇ ਹਾਂ, ਅਸੀਂ ਤਾਂ ਵੀਮਨ ਦੀ ਹੈਲਪ ਕਰਦੇ ਹਾਂ। ਇਹ ਜੀ ਸਰਕਾਰ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਵਿਚਾਰਿਆਂ ਨੂੰ ਮਰਦੇ ਹੋਏ ਛੱਡਤਾ, ਠੀਕ ਹੈ। ਤਾਂ ਕੁਝ ਵੀ ਨਹੀਂ ਪਤਾ ਉਹਨਾਂ ਦਾ
ਅਮਰੀਕਾ ਦਾ ਕੁਝ ਵੀ ਨਹੀਂ ਪਤਾ, ਅਮਰੀਕਾ ਦਾ ਸਿਰਫ ਇੱਕੋ ਹੀ ਆਈਡੀਓਲੋਜੀ ਹੈ, ਟੂ ਬੀ ਅਮਰੀਕਨ, ਦੈਟਸ ਇਟ, ਠੀਕ ਹੈ। ਤਾਂ ਉਹ ਆਪਣੀ ਪੋਲਿਸੀ ਦੇ ਵਿੱਚ ਬੜੇ ਡੈਫੀਨੇਟ ਨੇਗੇ, ਠੀਕ ਹੈ। ਡੋਨਲਡ ਟਰੰਪ ਕਿਹੜੀ ਪਾਰਟੀ ਤੋਂ ਬੱਚੇ, ਰਿਪਬਲਿਕਨ ਪਾਰਟੀ ਤੋਂ ਹੈ। ਬਾਈਡਨ ਕਿਹੜੀ ਪਾਰਟੀ ਤੋਂ ਹੈ, ਡੈਮੋਕ੍ਰੇਟ ਪਾਰਟੀ ਤੋਂ ਹੈ। ਹੁਣ ਚਾਹੇ ਪਾਰਟੀਆਂ ਅਲੱਗ-ਅਲੱਗ ਸੀਗੀਆਂ ਬਟ ਉਹਨਾਂ ਦੀ ਆਈਡੀਓਲੋਜੀ ਸਿੰਪਲ ਹੈ, ਟੂ ਬੀ ਅਮਰੀਕਨ, ਬਸ, ਠੀਕ ਹੈ ਜੀ। ਇਹ ਚੀਜ਼ ਆਪਣੇ ਦੇਸ਼ ਦੇ ਵਿੱਚ ਡੀਮੈਰਿਟ ਦੀ ਗੱਲ ਕਰੀਏ ਬੱਚੇ, ਉਹ ਹੈਗੀ ਹੈ ਸੈਪਰੇਸ਼ਨ ਆਫ ਪਾਵਰ। ਦੇਖੋ ਜਿਹੜੀ ਸੈਪਰੇਸ਼ਨ ਆਫ ਪਾਵਰ ਹੈ ਨਾ, ਇਹਨੂੰ ਕਾਫੀ ਵਧੀਆ ਕਨਸੈਪਟ ਸਮਝਿਆ ਜਾਂਦਾ ਹੈ। ਮਤਲਬ ਕੀ ਹੈ ਵੀ ਜਿਹੜੀ ਐਗਜ਼ੀਕਿਊਟਿਵ ਆਪਣਾ ਕੰਮ ਕਰੇ, ਲੈਜਿਸਲੇਚਰ ਆਪਣਾ ਕੰਮ ਕਰੇ, ਜੁਡੀਸ਼ਰੀ ਆਪਣਾ ਕੰਮ ਕਰੇ, ਠੀਕ ਹੈ। ਤਿੰਨੇ ਔਰਗਨ ਸਰਕਾਰ ਦੇ ਜਾਂ ਡੈਮੋਕ੍ਰੇਸੀ ਦੇ ਆਪਣਾ ਆਪਣਾ ਕੰਮ ਕਰਨ ਅਤੇ ਇਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ, ਕੋਈ ਇੰਟਰਫੇਰੈਂਸ ਨਾ ਹੋਵੇ, ਠੀਕ ਹੈ। ਇਹ ਚੀਜ਼ ਨੂੰ ਵਧੀਆ ਮੰਨਿਆ ਜਾਂਦਾ ਹੈ। ਬਟ ਆਪਾਂ ਦੇਖ ਰਹੇ ਹਾਂ ਆਪਣੇ ਕੇਸ ਦੇ ਵਿੱਚ ਆਪਣਾ ਐਗਜ਼ੀਕਿਊਟਿਵ ਅਤੇ ਲੈਜਿਸਲੇਚਰ ਦੇ ਵਿੱਚ ਕੀ ਹੈ ਬੱਚੇ, ਓਵਰਲੈਪ ਹੈਗਾ, ਠੀਕ ਹੈ। ਤਾਂ ਇਹਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਬਹੁਤਾ ਇਹਨੂੰ ਡੀਮੈਰਿਟ ਮੰਨਿਆ ਜਾਂਦਾ ਹੈ, ਠੀਕ ਹੈ। ਕਿਉਂਕਿ ਕਨਸੈਪਟ ਇਹ ਕਹਿੰਦਾ ਵੀ ਸਾਰੇ ਕੋਲੇ ਅਲੱਗ-ਅਲੱਗ ਸੈਪਰੇਸ਼ਨ ਹੋਣੀ ਚਾਹੀਦੀ ਹੈ ਪਾਵਰਸ ਦੀ। ਤਾਂ ਇਹੀ ਚੀਜ਼ ਓਬਵੀਅਸਲੀ ਇਹਨਾਂ ਦਾ ਮੈਰਿਟ ਹੈ। ਅਮਰੀਕਨ ਸਿਸਟਮ ਦੀ ਵਧੀਆ ਚੀਜ਼ ਹੈਗੀ ਕਿ ਉਹਨਾਂ ਕੋਲੇ ਸੈਪਰੇਸ਼ਨ ਆਫ ਪਾਵਰ ਹੈਗੀ, ਬਿਲਕੁਲ ਸੈਪਰੇਸ਼ਨ ਆਫ ਪਾਵਰ ਹੈ, ਵੋਟਰ ਰਾਈਟ ਸੈਪਰੇਸ਼ਨ ਹੈਗੀ, ਠੀਕ ਹੈ ਜੀ। ਆਪਣੇ ਕੇਸ ਦੇ ਵਿੱਚ ਬੱਚੇ ਜਿਹੜੇ ਆਪਣੇ ਮੰਤਰੀ ਨੇ, ਡਿਫੈਂਸ ਮਿਨਿਸਟਰ ਹੈ, ਹੋਮ ਮਿਨਿਸਟਰ ਹੈ, ਹੈਲਥ ਮਿਨਿਸਟਰ ਹੈ, ਕੀ ਜ਼ਰੂਰੀ ਹੈ ਬੱਚੇ ਕਿ ਉਹ ਬਹੁਤ ਜ਼ਿਆਦਾ ਐਕਸਪਰਟਸ ਨੇ? ਕਿ ਆਪਣਾ ਡਿਫੈਂਸ ਮਿਨਿਸਟਰ ਨੇ ਕਦੇ ਡਿਫੈਂਸ ਬਾਰੇ ਕਦੇ ਸੋਚਿਆ ਸੀਗਾ ਜਾਂ ਕੁਝ ਮਤਲਬ ਬਹੁਤ ਸਟੱਡੀ ਕਰਕੇ ਆਇਆ, ਕੋਈ ਇਹੋ ਜਿਹੇ ਡਿਫੈਂਸ ਸਕੂਲ ਦੇ ਵਿੱਚ ਪੜ੍ਹ ਕੇ ਆਇਆ, ਠੀਕ ਹੈ, ਕੋਈ ਆਰਮੀ ਨੇ ਟ੍ਰੇਨਿੰਗ ਲਈ ਹੈ? ਨਹੀਂ, ਓਬਵੀਅਸਲੀ ਨਹੀਂ। ਜਿਹੜੇ ਆਪਣੇ ਮੰਤਰੀ ਨੇ ਸਾਰੇ, ਠੀਕ ਹੈ, ਉਹ ਕੀ ਨੇ ਬੱਚੇ, ਲੇਮੈਨ ਨੇਗੇ, ਠੀਕ ਹੈ। ਹੁਣ ਜੇ ਆਪਾਂ ਗੱਲ ਕਰੀਏ ਆਪਣੇ ਹੈਲਥ ਮਿਨਿਸਟਰ ਦੀ, ਜਿਹੜੇ ਨਵੇਂ ਬਣੇ ਨੇ ਮਾਂਡਵੀਆ ਸਾਹਿਬ, ਤਾਂ ਉਹ ਜਦੋਂ ਨਵੇਂ ਮਿਨਿਸਟਰ ਬਣੇ ਸੀ ਤਾਂ ਕਈ ਲੋਕਾਂ ਨੇ ਟਰੋਲ ਕੀਤਾ ਉਹਨਾਂ ਦੇ ਪੁਰਾਣੇ ਟਵੀਟਸ ਤੋਂ। ਤਾਂ ਉਹਨਾਂ ਦੀ ਇੰਗਲਿਸ਼ ਵੀਕ ਸੀ ਬੱਚੇ, ਪੋਸੀਬਲੀ ਹੁਣ ਵੀ ਹੋਊਗੀ, ਠੀਕ ਹੈ। ਇੰਗਲਿਸ਼ ਵੀਕ ਹੋਣ ਕਰਕੇ ਉਹਨਾਂ ਦੇ ਜਿਹੜੇ ਪੁਰਾਣੇ ਟਵੀਟ ਸੀ ਉਹਨਾਂ ਦੇ ਕਾਫੀ ਗ੍ਰਾਮਰ ਮਿਸਟੇਕ ਸੀਗੀਆਂ। ਤਾਂ ਹੁਣ ਦੇਖੋ ਇਸ ਚੀਜ਼ ਵਾਸਤੇ ਲੋਕਾਂ ਨੇ ਬੜਾ ਟਰੋਲ ਕੀਤਾ। ਪਹਿਲੀ ਗੱਲ ਤਾਂ ਦੇਖੋ ਇਹ ਚੀਜ਼ ਗਲਤ ਹੈਗੀ, ਕੋਈ ਲੈਂਗੁਏਜ ਦੇ ਬੇਸ 'ਤੇ ਆਪਾਂ ਕਿਸੇ ਨੂੰ ਟਰੋਲ ਕਰੀਏ ਉਹ ਚੰਗੀ ਗੱਲ ਨਹੀਂ ਹੈਗੀ। ਜਿਹੜੇ ਲੋਕ ਨੇ ਇਹਨਾਂ ਦੀ ਵਿਜ਼ਡਮ ਨੂੰ ਦੇਖੋ ਨਾ ਤੁਸੀਂ, ਲੈਂਗੁਏਜ ਤੋਂ ਕੋਈ ਵੀ ਸਿੱਖ ਸਕਦਾ, ਲੈਂਗੁਏਜ ਜਿਹੜੀ ਕਿਹੜੀ ਗੱਲ ਹੈ, ਚਲੋ ਇਹ ਤਾਂ ਗੱਲ ਰਹੀ ਲੈਂਗੁਏਜ ਦੀ। ਬਟ ਇਹ ਵੀ ਚੀਜ਼ ਪੋਸੀਬਲ ਹੈ ਵੀ ਜਿਹੜਾ ਹੈਲਥ ਮਿਨਿਸਟਰ ਹੈ ਉਹਨੂੰ ਹੈਲਥ ਬਾਰੇ ਕੁਝ ਪਤਾ ਹੀ ਨਾ ਹੋਵੇ, ਠੀਕ ਹੈ। ਉਹ ਕਿਹੜਾ ਡਾਕਟਰ ਹੈ ਕੋਈ, ਠੀਕ ਹੈ, ਜਾਂ ਜੇ ਹੋ ਵੀ ਸਕਦਾ ਡਾਕਟਰ, ਬਟ ਹੋ ਸਕਦਾ ਨਹੀਂ ਵੀ ਹੋਵੇ। ਜੇ ਡਿਫੈਂਸ ਮਿਨਿਸਟਰ ਹੈ ਤਾਂ ਹੋ ਸਕਦਾ ਉਹਨੂੰ ਕਦੇ ਪੜ੍ਹਿਆ ਵੀ ਨਾ ਹੋਵੇ ਡਿਫੈਂਸ ਦੇ ਵਿੱਚ ਕੀ ਚੀਜ਼ ਹੈ। ਦੈਟ ਮੀਨਸ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਮਿਨਿਸਟਰਸ ਨੇ ਮੋਸਟ ਲਾਈਕਲੀ ਬੱਚੇ ਉਹਨਾਂ ਨੂੰ ਟੈਕਨੀਕਲ ਨੌਲੇਜ ਤਾਂ ਨਹੀਂ ਹੈਗੀ। ਵਾਈਜ਼ ਹੋ ਸਕਦੇ ਨੇ, ਬਿਲਕੁਲ ਵਿਜ਼ਡਮ ਹੈਗੀ ਉਹਨਾਂ ਕੋਲੇ, ਸਮਝਦਾਰ ਨੇ ਤਾਂ ਹੀ ਉੱਥੇ ਬੈਠੇ ਨੇਗੇ, ਬਟ ਜਿਹੜੀ ਟੈਕਨੀਕਲ ਨੌਲੇਜ ਹੈ, ਠੀਕ ਹੈ, ਉਹ ਚੀਜ਼ ਜਿਹੜੀ ਪੜ੍ਹ ਕੇ ਆਉਣ ਵਾਲੀ ਚੀਜ਼ ਹੈ ਉਹ ਹੋ ਸਕਦਾ ਨਾ ਹੋਵੇ, ਠੀਕ ਹੈ। ਤਾਂ ਇੱਥੇ ਜਿਹੜੀ ਆਪਣੀ ਸਰਕਾਰ ਹੈ, ਆਪਾਂ ਕਹਿੰਦੇ ਗਵਰਨਮੈਂਟ ਬਾਏ ਐਮੇਚਰਸ। ਇਹ ਕੀ ਨੇ ਬੱਚੇ, ਐਮੇਚਰਸ ਨੇਗੇ, ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਨਹੀਂ ਹੈਗੀ, ਵਿਜ਼ਡਮ ਹੈਗੀ ਹੈ, ਸਮਝਦਾਰੀ ਹੈਗੀ ਹੈ, ਬਟ ਨੌਲੇਜ ਨਹੀਂ ਹੈਗੀ, ਠੀਕ ਹੈ। ਬਟ ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਆਪਣੇ ਸੈਕਟਰੀ ਆਪ ਚੁਣਦਾ, ਆਪਾਂ ਕਹਿ ਰਹੇ ਸੀਗੇ ਕਿ ਹੋ ਸਕਦਾ ਜਿਹੜਾ ਡਿਫੈਂਸ ਸੈਕਟਰੀ ਹੈ ਉਹ ਕਿਸੇ ਰਿਟਾਇਰਡ ਆਰਮੀ ਅਫਸਰ ਨੂੰ ਚੁਣ ਲੇ, ਆਰਮੀ ਚੀਫ ਨੂੰ ਚੁਣ ਲੇ, ਨੇਵਲ ਅਫਸਰ ਨੂੰ ਚੁਣ ਲੇ, ਠੀਕ ਹੈ। ਅਗਰ ਆਪਣੇ ਉਹਨੇ ਹੈਲਥ ਸੈਕਟਰੀ ਚੁਣਨਾ ਹੈ ਤਾਂ ਹੋ ਸਕਦਾ ਟੋਪ ਫਿਜ਼ੀਸ਼ੀਅਨ ਨੂੰ ਚੁਣ ਲੇ, ਟੋਪ ਡਾਕਟਰ ਨੂੰ ਚੁਣ ਲੇ ਆਪਣੇ ਅਮਰੀਕਾ ਦੇ ਵਿੱਚ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਆਪਣੀ ਟੀਮ ਦੇ ਵਿੱਚ ਟੋਪ ਮੋਸਟ ਐਕਸਪਰਟ ਲਿਆਉਣ ਦੀ ਕੋਸ਼ਿਸ਼ ਕਰੂਗਾ, ਠੀਕ ਹੈ। ਤਾਂ ਆਪਾਂ ਕਹਿ ਦਿੰਦੇ ਤੇ ਗਵਰਨਮੈਂਟ ਬਾਏ ਐਕਸਪਰਟਸ, ਠੀਕ ਹੈ। ਇਹ ਥੋੜ੍ਹਾ ਫਰਕ ਹੈ। ਤਾਂ ਓਬਵੀਅਸਲੀ ਇੱਥੇ ਥੋੜ੍ਹਾ ਜਿਹਾ ਜ਼ਿਆਦਾ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲਦਾ ਹੈਗਾ, ਠੀਕ ਹੈ, ਚੀਜ਼ ਹੈਗੀ, ਠੀਕ ਹੈ ਬੱਚੇ। ਇਹ ਸੀ ਦੇਖੋ ਪਾਰਲੀਮੈਂਟਰੀ ਅਤੇ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਫਰਕ ਥੋੜ੍ਹਾ ਜਿਹਾ, ਠੀਕ ਹੈ। ਓਬਵੀਅਸ ਜੀ ਗੱਲ ਹੈ ਆਪਣਾ ਸਿਸਟਮ ਕਿਹੜਾ ਪਾਰਲੀਮੈਂਟਰੀ, ਤਾਂ ਇਹਦੇ ਬਾਰੇ ਆਪਾਂ ਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਸੀਗਾ। ਬਟ ਇਹਦੇ ਬਾਰੇ ਪਤਾ ਤਾਂ ਹੀ ਹੋਊਗਾ ਆਪਾਂ ਨੂੰ ਜੇ ਆਪਾਂ ਇਹਨੂੰ ਦੂਜੇ ਸਿਸਟਮ ਨਾਲ ਕੰਪੇਅਰ ਕਰਾਂਗੇ, ਠੀਕ ਹੈ। ਤਾਂ ਦੋਨੇ ਸਿਸਟਮ ਆਪਣੇ ਪੜ੍ਹ ਲਏ, ਕਾਫੀ ਡਿਟੇਲ ਦੇ ਵਿੱਚ ਪੜ੍ਹੇ ਨੇ ਆਪਾਂ ਨੇ, ਠੀਕ ਹੈ। ਜਿੰਨੀ ਲੋੜ ਸੀ ਉਦੋਂ ਜ਼ਿਆਦਾ ਹੀ ਪੜ੍ਹਿਆ ਆਪਾਂ ਨੇ। ਬਾਕੀ ਤੁਸੀਂ ਇਹ ਵਾਲੀ ਸਲਾਈਡ ਦਾ ਜੇ ਵਿਦ ਜਿਹੜਾ ਕੀ ਹੈ ਵਿਦ ਮਾਰਕਰ ਹੈ, ਤੁਸੀਂ ਇਹ ਵੀ ਸਕਰੀਨਸ਼ੋਟ ਲੈ ਲਓ, ਠੀਕ ਹੈ। ਕੋਈ ਚੀਜ਼ ਇੰਪੋਰਟੈਂਟ ਲਿਖੀ ਹੁੰਦੀ ਹੈ ਅਤੇ ਮੈਂ ਹੁਣ ਰੱਬ ਵੀ ਕਰ ਦੇਣਾ, ਉਹਦਾ ਵੀ ਸਕਰੀਨਸ਼ੋਟ ਲੈ ਲਓ ਤੁਸੀਂ, ਠੀਕ ਹੈ। ਤਾਂ ਇਹ ਸਾਰੀ ਚੀਜ਼ਾਂ ਰਾਜੇ ਇੰਪੋਰਟੈਂਟ ਹੈਗੀਆਂ। ਬਾਕੀ ਵੀਡੀਓ ਰਾਜੇ ਕੋਈ ਪ੍ਰੋਬਲਮ ਹੈ ਤਾਂ ਦੁਬਾਰਾ ਦੇਖ ਲਓ, ਠੀਕ ਹੈ ਬੱਚੇ। ਚਲੋ ਮਿਲਦੇ ਹਾਂ ਬੱਚੇ ਨੈਕਸਟ ਚੈਪਟਰ ਦੇ ਵਿੱਚ, ਟੇਕ ਕੇਅਰ।